ਹਰੀ ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ, ਇੱਕ ਦਿਨ ਬਾਜਾਂ ਵਾਲੇ ਕੋਲੋਂ ਪ੍ਰੇਮ ਸਰਾਹੀ ਪੀਤੀ। ਭਾਗ ਹਮਾਰੇ ਲਿਖੀ ਫਕੀਰੀ, ਸੋ ਮਤ ਕਰ ਲੀਤੀ ਪਿਛਲੀ ਉਮਰ ਗਵਾਈ ਹੈ ਮੈਂ। ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚਲੋ ਨੰਦ ਲਾਲਾ। ਪਾਸੇ ਬੀਤੀ ਸੋ ਬੀਤੀ, ਆਗੇ ਸਮਝ ਚਲੋ ਨੰਦ ਲਾਲਾ। ਪਾਸੇ ਬੀਤੀ ਸੋ ਬੀਤੀ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਪੂਰਨ ਕਰਮ ਹੋਏ ਭਰਾ ਮੇਰਾ, ਇਹ ਬਨਾਤੀ ਸੁਣ ਪ੍ਰਭ ਮੇਰੇ। ਇਹ ਬਨਾਤੀ ਸੁਣ ਪ੍ਰਭ ਮੇਰੇ। ਦੇਹੋ ਨਾਮ ਕਰ ਆਪਣੇ ਚੇਰੇ, ਆਪਣੀ ਸਰਨ ਰਾਖ ਪ੍ਰਭ ਦਾਤੇ। ਗੁਰ ਪ੍ਰਸਾਦ ਕਿਨ ਬਿਰਲੇ ਜਾਤੇ, ਸੁਨੋ ਬਿਨੋ ਭਰਾ ਮੇਰੇ ਮੀਤਾ। ਚਰਨ ਕਮਲ ਵਸੇ ਮੇਰੇ ਚੀਤਾ, ਨਾਨਕ ਏਕ ਕਰੇ ਅਰਦਾਸ। ਬਿਸਰ ਨਾਹੀ ਪੂਰਨ ਗੁਣ ਤਾਸ, ਦਰਸ਼ਨ ਕਰਕੇ ਪ੍ਰੀਤਮਾ ਤੇਰੇ। ਤਨ ਮਨ ਮੇਰਾ ਠੰਡਾ ਹੋ ਗਿਆ, ਕਰਕੇ ਪ੍ਰੀਤਮਾ ਤੇਰਾ। ਤਨ ਮਨ ਮੇਰਾ ਠੰਡਾ ਹੋ ਗਿਆ, ਦਰਸ਼ਨ ਕਰਕੇ ਪ੍ਰੀਤਮਾ ਤੇਰਾ। ਤਨ ਮਨ ਮੇਰਾ ਠੰਡਾ ਹੋ ਗਿਆ, ਦਰਸ਼ਨ ਕਰਕੇ ਪ੍ਰੀਤਮਾ ਤੇਰਾ। ਤਨ ਮਨ ਮੇਰਾ ਠੰਡਾ ਹੋ ਗਿਆ, ਕਰਕੇ ਪ੍ਰੀਤਮਾ ਤੇਰਾ। ਤਨ ਮਨ ਮੇਰਾ ਠੰਡਾ ਹੋ ਗਿਆ, ਦਰਸ਼ਨ ਕਰਕੇ ਪ੍ਰੀਤਮਾ ਤੇਰਾ। ਤਨ ਮਨ ਮੇਰਾ ਠੰਡਾ ਹੋ ਗਿਆ, ਦਰਸ਼ਨ ਕਰਕੇ ਪ੍ਰੀਤਮਾ ਤੇਰਾ। ਤਨ ਮਨ ਮੇਰਾ ਠੰਡਾ ਹੋ ਗਿਆ, ਦਰਸ਼ਨ ਕਰਕੇ ਪ੍ਰੀਤਮਾ ਤੇਰਾ। ਤਨ ਮਨ ਮੇਰਾ ਠੰਡਾ ਹੋ ਗਿਆ, ਦਰਸ਼ਨ ਕਰਕੇ ਪ੍ਰੀਤਮਾ ਤੇਰਾ। ਤਨ ਮਨ ਮੇਰਾ ਠੰਡਾ ਹੋ ਗਿਆ, ਦਰਸ਼ਨ ਕਰਕੇ ਪ੍ਰੀਤਮਾ ਤੇਰਾ। ਤਨ ਮਨ ਮੇਰਾ ਠੰਡਾ ਹੋ ਗਿਆ, ਦਰਸ਼ਨ ਕਰਕੇ
ਪ੍ਰੀਤਮਾ ਤੇਰਾ ਤਨ ਮਨ ਮੇਰਾ ਠੰਡਾ ਹੋ ਗਿਆ। ਦਰਸ਼ਨ ਕਰਕੇ ਪ੍ਰੀਤਮਾ ਤੇਰਾ ਤਨ ਮਨ ਮੇਰਾ ਠੰਡਾ ਹੋ ਗਿਆ। ਤਨ ਮਨ ਮੇਰਾ ਜੀ ਠੰਡਾ ਹੋ ਗਿਆ। ਤਨ ਮਨ ਮੇਰਾ ਜੀ ਠੰਡਾ ਹੋ ਗਿਆ। ਤਨ ਮਨ ਮੇਰਾ ਜੀ ਠੰਡਾ ਹੋ ਗਿਆ। ਓ ਤਨ ਮਨ ਮੇਰਾ ਜੀ ਠੰਡਾ ਹੋ ਗਿਆ। ਤਨ ਮਨ ਮੇਰਾ ਜੀ ਠੰਡਾ ਹੋ ਗਿਆ। ਤਨ ਮਨ ਮੇਰਾ ਜੀ ਠੰਡਾ ਹੋ ਗਿਆ। ਦਰਸ਼ਨ ਕਰਕੇ ਪ੍ਰੀਤਮਾ ਤੇਰਾ ਤਨ ਮਨ ਮੇਰਾ ਠੰਡਾ ਹੋ ਗਿਆ। ਦਰਸ਼ਨ ਕਰਕੇ ਪ੍ਰੀਤਮਾ ਤੇਰਾ ਤਨ ਮਨ ਮੇਰਾ ਠੰਡਾ ਹੋ ਗਿਆ। ਦਰਸ਼ਨ ਕਰਕੇ ਪ੍ਰੀਤਮਾ ਤੇਰਾ ਤਨ ਮਨ ਮੇਰਾ ਠੰਡਾ ਹੋ ਗਿਆ। ਦਰਸ਼ਨ ਕਰਕੇ ਪ੍ਰੀਤਮਾ ਤੇਰਾ ਤਨ ਮਨ ਮੇਰਾ ਠੰਡਾ ਹੋ ਗਿਆ। ਦਰਸ਼ਨ ਕਰਕੇ ਪ੍ਰੀਤਮਾ ਤੇਰਾ ਤਨ ਮਨ ਮੇਰਾ ਠੰਡਾ ਹੋ ਗਿਆ। ਕਰਕੇ ਪ੍ਰੀਤਮਾ ਤੇਰਾ ਤਨ ਮਨ ਮੇਰਾ ਠੰਡਾ ਹੋ ਗਿਆ। ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਨੰਤੀ ਸੁਣ ਪ੍ਰਭ ਮੇਰੇ। ਦੇਹੋ ਨਾਮ ਕਰ ਆਪਣੀ ਚੇਰੇ ਰਹਾਉ। ਆਪਣੀ ਸਰਨ ਰਾਖ ਪ੍ਰਭ ਦਾਤੇ। ਗੁਰ ਪ੍ਰਸਾਦ ਕਿਨ ਬਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ। ਚਰਨ ਕਮਲ ਵਸੈ ਮੇਰੇ ਚੀਤਾ। ਨਾਨਕ ਏਕ ਕਰੇ ਅਰਦਾਸ। ਬਿਸਰ ਨਾਹੀ ਪੂਰਨ ਗੁਣ ਤਾਸ। ਨਾਨਕ ਏਕ ਕਰੇ ਅਰਦਾਸ। ਬਿਸਰ ਨਾਹੀ ਪੂਰਨ ਗੁਣ ਤਾਸ। ਇਕ ਤੱਕਿਆ ਭਰੋਸਾ ਤੇਰੇ ਨਾਮ ਦਾ। ਹੋਰ ਸਭ ਢਾਈਆਂ ਢੇਰੀਆਂ। ਤੱਕਿਆ ਭਰੋਸਾ ਤੇਰੇ ਨਾਮ ਦਾ। ਹੋਰ ਸਭ ਢਾਈਆਂ ਢੇਰੀਆਂ। ਓ ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ। ਹੋਰ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ। ਓ ਬਾਕੀ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ। ਹੋਰ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ। ਹੋਰ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ। ਭਰੋਸਾ ਤੇਰੇ ਨਾਮ ਦਾ। ਹੋਰ ਸਭ ਢਾਈਆਂ ਢੇਰੀਆਂ। ਤੱਕਿਆ ਭਰੋਸਾ ਤੇਰੇ ਨਾਮ ਦਾ। ਹੋਰ ਸਭ ਢਾਈਆਂ ਢੇਰੀਆਂ। ਓ ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ। ਓ ਬਾਕੀ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ। ਹੋਰ ਸਭੇ ਢਾਈਆਂ ਢੇਰੀਆਂ। ਤੱਕਿਆ ਭਰੋਸਾ ਤੇਰੇ ਨਾਮ ਦਾ। ਹੋਰ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ। ਹੋਰ
ਸਭੇ ਢਾਈਆਂ ਢੇਰੀਆਂ ਹੋਰ ਸਭ ਜੀ ਢਾਈਆਂ ਢੇਰੀਆਂ ਹੋਰ ਸਭ ਜੀ ਢਾਈਆਂ ਢੇਰੀਆਂ ਹੋਰ ਸਭੇ 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 ਜੀ ਢਾਈਆਂ ਢੇਰੀਆਂ ਹੋਰ ਸਭ ਜੀ ਢਾਈਆਂ ਢੇਰੀਆਂ ਹੋਰ ਸਭ ਜੀ ਢਾਈਆਂ ਢੇਰੀਆਂ ਹੋਰ ਸਭੇ ਢਾਈਆਂ ਢੇਰੀਆਂ ਹੋਰ ਸਭੇ ਜੀ ਢਾਈਆਂ ਢੇਰੀਆਂ ਹੋਰ ਸਭੇ ਜੀ ਢਾਈਆਂ ਢੇਰੀਆਂ ਹੋਰ ਸਭੇ ਜੀ ਢਾਈਆਂ ਢੇਰੀਆਂ ਹੋਰ ਸਭ ਜੀ ਢਾਈਆਂ ਢੇਰੀਆਂ ਹੋਰ ਸਭ ਜੀ ਢਾਈਆਂ ਢੇਰੀਆਂ ਹੋਰ ਸਭੇ ਢਾਈਆਂ ਢੇਰੀਆਂ ਹੋਰ ਸਭੇ ਜੀ ਢਾਈਆਂ ਢੇਰੀਆਂ ਹੋਰ ਸਭੇ ਜੀ ਢਾਈਆਂ ਢੇਰੀਆਂ ਹੋਰ ਸਭੇ ਜੀ ਢਾਈਆਂ ਢੇਰੀਆਂ ਤੱਕਿਆ ਭਰੋਸਾ ਤੇਰੇ ਨਾਮ ਦਾ ਭਰੋਸਾ ਤੇਰੇ ਨਾਮ ਦਾ ਹੋਰ ਸਭ ਢਾਈਆਂ ਢੇਰੀਆਂ ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ ਹੋਰ ਸਭ ਢਾਈਆਂ ਢੇਰੀਆਂ ਤੱਕਿਆ ਭਰੋਸਾ ਤੇਰੇ ਨਾਮ ਦਾ ਹੋਰ ਸਭੇ ਢਾਈਆਂ ਢੇਰੀਆਂ ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ ਹੋਰ ਸਭੇ ਢਾਈਆਂ ਢੇਰੀਆਂ ਤੱਕਿਆ ਭਰੋਸਾ ਤੇਰੇ ਨਾਮ ਦਾ ਹੋਰ ਸਭੇ ਢਾਈਆਂ ਢੇਰੀਆਂ ਤੱਕਿਆ ਭਰੋਸਾ ਤੇਰੇ ਨਾਮ ਦਾ ਹੋਰ ਸਭੇ ਢਾਈਆਂ ਢੇਰੀਆਂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ, ਆਪ ਮਾਈ ਭਾਈ ਤਨਤਾ ਦੇ ਯੋਗ ਹੋ, ਜੋ ਨਗਰ ਮਲਕੋ ਦੀਆਂ ਸੰਗਤਾਂ ਵੱਲੋਂ ਇੱਕ ਦਿਨ ਦਾ ਸਮਾਗਮ, ਗੁਰਮਤਿ ਸਮਾਗਮ ਰੱਖਿਆ ਗਿਆ। ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ, ਉਹਨਾਂ ਦੀ ਸਲਾਨੀ ਵਰਸੀ ਦੇ ਸੰਬੰਧ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਸੰਗਤਾਂ ਵੱਲੋਂ ਇਹ ਸਮਾਗਮ ਰੱਖਿਆ ਗਿਆ। ਸਾਡੇ ਵਿੱਚ ਬਹੁਤ ਛੇਤੀ ਸੰਤ ਬਾਬਾ ਰਣਜੀਤ ਸਿੰਘ ਜੀ ਮੋਹਾਲੀ ਵਾਲੇ ਮਹਾਂਪੁਰਸ਼, ਉਹਨਾਂ ਨੇ ਵੀ ਥੋੜੇ ਸਮੇਂ ਦੇ ਵਿੱਚ ਸੰਗਤਾਂ ਦੇ ਵਿੱਚ ਪਹੁੰਚ ਜਾਣਾ ਹੈ। ਜਿਤਨੀਆਂ ਵੀ ਸੰਗਤਾਂ ਉਰਾਂ ਪਰਾਂ ਫਿਰ ਰਹੀਆਂ ਹਨ, ਸਾਰੀਆਂ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਸਜਣ ਦੀ ਕਿਰਪਾਲਤਾ ਕਰੋ। ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਦੇ ਅਵਤਾਰ ਦਿਹਾੜਾ ਜੋ ਪਿਛੇ 27 ਤਰੀਕ ਨੂੰ ਲੰਘਿਆ ਹੈ, ਨਗਰਾਂ ਨਗਰਾਂ ਦੇ ਵਿੱਚ ਮਨਾਇਆ ਗਿਆ ਹੈ। ਲੰਗਰ ਲੱਗੇ ਨੇ, ਕੀਰਤਨ ਦੀਆਂ ਹਾਜ਼ਰੀਆਂ ਵੀ ਭਰੀਆਂ ਗਈਆਂ ਨੇ। ਸਾਰੇ ਥਾਵਾਂ ਦੇ ਉੱਤੇ ਦੁਨੀਆ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਦਾ ਜੋ ਅਵਤਾਰ ਦਿਹਾੜਾ ਮਨਾਇਆ ਗਿਆ ਹੈ, ਅਵਤਾਰ ਦਿਹਾੜੇ ਦੀ ਤਹਿਤ ਹੀ ਅੱਜ ਆਪਾਂ ਸਾਰੇ ਇਕੱਤਰ ਹੋਇਆ। ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਨੇ ਗੁਰਮੁਖ ਪਿਆਰਿਓ ਪਰਮੇਸ਼ਰ ਦੀ ਬੰਦਗੀ ਕੀਤੀ ਆ, ਪਰਮੇਸ਼ਰ ਦਾ ਭਜਨ ਕੀਤਾ। ਮਹਾਰਾਜ ਜੀ ਕਹਿੰਦੇ ਨੀਚਿਓ ਊਚ ਕਰੇ ਮੇਰਾ ਗੋਬਿੰਦ। ਜਿਹੜੇ ਉਹਦੀ ਬੰਦਗੀ ਕਰਦੇ ਆ, ਉਹਦੀ ਭਗਤੀ ਕਰਦੇ ਆ, ਗੁਰਮੁਖ ਪਿਆਰਿਓ ਉਹ ਨੀਵੇਂ ਤੋਂ ਉੱਚੇ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਦੇ ਵਿੱਚ, ਜਿਨ੍ਹਾਂ ਦੇ ਤਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ ਨਾ, ਉਹਨਾਂ ਦੀ ਸਾਰੀ ਦੁਨੀਆ
ਜੈ ਜੈਕਾਰ ਕਰਦੀ ਆਖੋ ਸਤਨਾਮ। ਵਾਹਿਗੁਰੂ ਜੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੱਲ ਆ ਗੁਰਮੁਖ ਪਿਆਰਿਓ ਮਨ ਦੇ ਵਿੱਚ ਵਸਣ ਦੀ। ਮਨ ਦੇ ਵਿੱਚ ਤਾਂ ਵਸੇਗਾ ਜੇ ਅਸੀਂ ਜਪਾਂਗੇ। ਜਪਾਂਗੇ ਤਾਂ ਜੇ ਸਾਡਾ ਨਾਮ ਦੇ ਨਾਲ ਪਿਆਰ ਹੋਵੇਗਾ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ, ਮਹਾਰਾਜ ਜੀ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਲ ਪ੍ਰੇਮ ਕੀਤਾ ਨਾ, ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ। ਆਖੋ ਸਤਨਾਮ। ਵਾਹਿਗੁਰੂ ਜੀ। ਤਾਂ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਆਪਾਂ ਸਦਾ ਸੁਣਦੇ ਆ ਦੇਖਦੇ ਆ, ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਪਾ ਦਰਾਜ ਮੋਹਾਲੀ ਵਾਲੇ, ਜਿਨ੍ਹਾਂ ਨੇ ਤੱਤੇ ਰੇਤ ਦੇ ਉੱਤੇ ਬੈਠ ਕੇ, ਟਿੱਬਿਆਂ ਦੇ ਵਿੱਚ ਬੈਠ ਕੇ ਧੁੱਪਾਂ ਠੰਡਾਂ ਝੱਲੀਆਂ, ਆਪਣੇ ਪਿੰਡੇ ਤੇ ਹੰਡਾਈਆਂ, ਉਹ ਪਰਮੇਸ਼ਰ ਦੀ ਬੰਦਗੀ ਕੀਤੀ। ਕਿੱਡਾ ਤਕੜਾ ਸਰੀਰ ਹੁੰਦਾ ਸੀ ਮਹਾਂਪੁਰਖਾਂ ਦਾ, ਪਹਿਲਵਾਨੀ ਕਰਿਆ ਕਰਦੇ ਸੀ। ਤਾਂ ਗੁਰਮੁਖ ਪਿਆਰਿਓ ਸਭ ਕੁਝ ਤਿਆਗ ਕੇ ਬੰਦਗੀ ਕੀਤੀ, ਇੰਨੀ ਬੰਦਗੀ ਕੀਤੀ ਕਿ 12 ਸਾਲ ਕਿਸੇ ਨਾਲ ਬੋਲੇ ਨਹੀਂ। ਆਖੋ ਸਤਨਾਮ। ਵਾਹਿਗੁਰੂ ਜੀ। 12 ਸਾਲ ਐਸੀ ਤਪੱਸਿਆ ਕੀਤੀ ਕਿ ਆਪਣਾ ਆਪ ਸਰੀਰ ਖਤਮ ਹੀ ਕਰ ਦਿੱਤਾ। ਆਖੋ ਸਤਨਾਮ। ਵਾਹਿਗੁਰੂ ਜੀ। ਦੇਖਦੇ ਆਪਾਂ ਫੋਟੋਆਂ ਦੇ ਉੱਤੇ ਦੇਖਦੇ ਆ, ਉਸ ਸਮੇਂ ਜਿਨ੍ਹਾਂ ਸੰਗਤਾਂ ਨੇ ਵੇਖਿਆ ਹੋਵੇਗਾ ਮਹਾਂਪੁਰਖਾਂ ਨੂੰ, ਕੋਈ ਬਹੁਤੀ ਲੰਮੀ ਗੱਲ ਨਹੀਂ ਹੈ, ਤਾਂ ਸਰੀਰ ਹੱਡਾਂ ਦੀ ਮੁੱਠੀ ਰਹਿ ਗਿਆ ਸੀ। ਆਖੋ ਸਤਨਾਮ। ਵਾਹਿਗੁਰੂ ਜੀ। ਹੁਣ ਜਦੋਂ ਸਾਬਣ ਸਾਡੀ ਮਾਈਆਂ ਬੀਬੀਆਂ ਕੱਪੜੇ ਧੋਂਦੀਆਂ ਨੇ, ਉਹ ਸਾਬਣ ਘਸਦੀ ਘਸਦੀ ਘਸ ਜਾਂਦੀ ਆ, ਛੋਟੀ ਜੀ ਰਹਿ ਜਾਂਦੀ ਆ। ਸਾਬਣ ਕਸੀ, ਜਿਹੜੇ ਕੱਪੜੇ ਦੇ ਉੱਤੇ ਕਸੀ, ਤਾਂ ਉਹ ਕੱਪੜੇ ਨੂੰ ਕਿਸੇ ਦੇ ਤਨ ਦਾ ਸ਼ਿੰਗਾਰ ਬਣਾ ਦਿੱਤਾ। ਆਖੋ ਸਤਨਾਮ। ਵਾਹਿਗੁਰੂ ਜੀ। ਮਹਾਂਪੁਰਖਾਂ ਨੇ ਬੰਦਗੀ ਕਰਕੇ, ਭਜਨ ਕਰਕੇ, ਸਿਮਰਨ ਕਰਕੇ ਗੁਰਮੁਖ ਪਿਆਰਿਓ ਪਰਮੇਸ਼ਰ ਨੂੰ ਹਾਸਲ ਕਰ ਲਿਆ। ਹਾਸਲ ਹੀ ਨਹੀਂ ਕੀਤਾ ਤੇ ਪਰਮੇਸ਼ਰ ਦਾ ਰੂਪ ਹੀ ਹੋ ਗਏ। ਆਖੋ ਸਤਨਾਮ। ਵਾਹਿਗੁਰੂ ਜੀ। ਪਰਮੇਸ਼ਰ ਦਾ ਰੂਪ ਹੋ ਗਏ ਬੰਦਗੀ ਕਰਕੇ, ਭਜਨ ਕਰਕੇ। ਜਿਸ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਉਂਦੇ ਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂ ਨਿਵਾਸ। ਮਹਾਰਾਜ ਜੀ ਕਹਿੰਦੇ ਜਿਹੜਾ ਖਾਲਸਾ ਨਾ ਖਾਸ, ਉਹ ਮੇਰਾ ਰੂਪ ਹੈ, ਉਹਦੇ ਵਿੱਚ ਮੇਰਾ ਨਿਵਾਸ ਹੈ। ਆਖੋ ਸਤਨਾਮ। ਵਾਹਿਗੁਰੂ ਜੀ। ਇਸ ਕਰਕੇ ਬੰਦਗੀ ਕਰਕੇ ਗੁਰਮੁਖ ਪਿਆਰਿਓ ਪਰਮੇਸ਼ਰ ਦਾ ਰੂਪ ਬਣ ਗਏ ਮਹਾਂਪੁਰਖ। ਅੱਜ ਕੌਣ ਨਹੀਂ ਜਾਣਦਾ ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ, ਤਪਾ ਦਰਾਜ ਵਾਲੇ ਮਹਾਂਪੁਰਖਾਂ ਨੂੰ ਸਭ ਜਾਣਦੇ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਵੀ, ਉਹਨਾਂ ਦੇ ਤਨ ਦੇ ਵਿੱਚ ਵੀ ਪਰਮੇਸ਼ਰ ਵਸ ਗਿਆ ਤੇ ਸਾਰੇ ਪਾਸੇ ਜੈ ਜੈਕਾਰ ਹੋਣ ਲੱਗ ਪਈ। ਆਖੋ ਸਤਨਾਮ। ਵਾਹਿਗੁਰੂ ਜੀ। ਇਹਨੇ ਨਾਮ ਜਪਣ ਵਾਲੇ ਦੇ ਕੌਤਕ ਉਹ ਆਪਣੇ ਆਪ ਹੀ ਵਰਤਦੇ ਆ। ਤਾਂ ਗੁਰਮੁਖ ਪਿਆਰਿਓ ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਮਹਾਰਾਜ, ਜਿਨ੍ਹਾਂ ਨੇ ਰਵਿਦਾਸ ਘਰਾਣੇ ਦੇ ਵਿੱਚ ਜਨਮ ਲਿਆ,
ਜਨਮ ਲੈ ਕੇ ਬੰਦਗੀ ਕੀਤੀ, ਭਜਨ ਕੀਤਾ, ਸਿਮਰਨ ਕੀਤਾ ਤੇ ਪਰਮੇਸ਼ਰ ਦੇ ਵਿੱਚ ਅਭੇਦ ਹੋ ਗਏ। ਆਖੋ ਸਤਨਾਮ ਵਾਹਿਗੁਰੂ ਜੀ। ਪਰਮੇਸ਼ਰ ਦੇ ਵਿੱਚ ਅਭੇਦ ਹੋ ਗਏ, ਇੱਕ ਮਿਕ ਹੋ ਗਏ। ਤਾਂ ਗੁਰਮੁਖ ਪਿਆਰਿਓ, ਹੁਣ ਜਿਉਂ-ਜਿਉਂ ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਦੀ ਚੜ੍ਹਦੀ ਕਲਾ ਹੁੰਦੀ ਗਈ, ਜਿੱਥੇ ਚੜ੍ਹਦੀ ਕਲਾ ਹੁੰਦੀ ਗਈ ਨਾ, ਉੱਥੇ ਗੁਰਮੁਖ ਪਿਆਰਿਓ ਈਰਖਾ ਕਰਨ ਵਾਲੇ ਵੀ ਪੈਦਾ ਹੋ ਗਏ। ਆਖੋ ਸਤਨਾਮ ਵਾਹਿਗੁਰੂ ਜੀ। ਈਰਖਾ ਕਰਨ ਵਾਲੇ ਵੀ ਪੈਦਾ ਹੋ ਗਏ। ਸਤਿਗੁਰੂ ਰਵਿਦਾਸ ਉਹ ਪਰਮੇਸ਼ਰ ਦਾ ਭਜਨ ਕਰਦੇ ਨੇ, ਬੰਦਗੀ ਕਰਦੇ ਨੇ, ਉਹਨਾਂ ਦੀ ਚੜ੍ਹਦੀ ਕਲਾ ਉਸ ਸਮੇਂ ਦੇ ਪੰਡਤ ਲੋਕਾਂ ਦੇ ਕੋਲੋਂ ਝੱਲੀ ਨਹੀਂ ਗਈ। ਆਖੋ ਸਤਨਾਮ ਵਾਹਿਗੁਰੂ ਜੀ। ਇੰਨਾ ਕੁ ਬੁਰਾ ਹਾਲ ਸੀ ਸਾਡਾ ਕਿ ਭਿੱਟ ਮੰਨਦੇ ਸੀ। ਇਹ ਕਹਿੰਦੇ ਸੀ ਵੀ ਉਹ ਦੂਰ ਬਹਿ ਜਾ ਕੇ। ਆ ਸਾਡੇ ਪੁਰਾਣੇ ਬਜ਼ੁਰਗ ਬੈਠੇ ਨੇ, ਸਾਡੇ ਦਾਦਿਆਂ ਦੀ ਉਮਰ ਦੇ ਹਾਣ ਦੇ, ਇਹਨਾਂ ਨੂੰ ਪਤਾ ਵੀ ਪਹਿਲਾਂ ਲੋਕੀ ਕਿੰਨੀ ਭਿੱਟ ਮੰਨਦੇ ਹੁੰਦੇ ਸੀ। ਪਰ ਗੁਰਮੁਖ ਪਿਆਰਿਓ, ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ, ਮਿਹਰ ਕਰ ਦਿੱਤੀ। ਅੱਜ ਇਦਾਂ ਦੀ ਕੋਈ ਗੱਲ ਨਹੀਂ, ਬਹੁਤ ਘੱਟ ਨਜ਼ਰ ਆਉਂਦੀ ਹੈ। ਕੋਈ ਮਾੜਾ ਮੋਟਾ ਆਉਣਾ, ਕੋਈ ਟਾਵਾ ਟੱਲਾ ਨਹੀਂ। ਅੱਜ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ। ਜਦੋਂ ਪੰਡਤ ਲੋਕ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਣ ਲੱਗੇ, ਜਾ ਰਹੇ ਨੇ, ਰਵਿਦਾਸ ਜੀ ਮਹਾਰਾਜ ਜੀ ਨੇ ਵੇਖਿਆ ਵੀ ਪੰਡਤ ਲੋਕ ਲੰਘੇ ਜਾ ਰਹੇ ਨੇ। ਉਹਨਾਂ ਨੂੰ ਆਵਾਜ਼ ਮਾਰੀ, ਕਹਿੰਦੇ ਪੰਡਤ ਜੀ ਆ ਰੁਕੋ ਜਰਾ, ਤੁਸੀਂ ਕਿੱਥੇ ਜਾ ਰਹੇ ਹੋ? ਕਹਿੰਦੇ ਅਸੀਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਹਾਂ। ਅਸੀਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਹਾਂ। ਕਹਿੰਦੇ ਫਿਰ ਮੇਰੇ ਤੇ ਵੀ ਇੱਕ ਕਿਰਪਾ ਕਰ ਦਿਓ। ਉਹ ਕਹਿਣ ਲੱਗੇ ਦੱਸੋ? ਕਹਿੰਦੇ ਤੁਸੀਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਹੋ, ਆ ਮੇਰੀ ਵੀ ਗਰੀਬ ਦੀ ਇੱਕ ਦਮੜੀ ਲੈ ਜਾਇਓ। ਮੇਰੀ ਵੀ ਇੱਕ ਗਰੀਬ ਦੀ ਦਮੜੀ ਲੈ ਜਾਇਓ। ਕਹਿਣ ਲੱਗੇ ਠੀਕ ਆ, ਲੈ ਜਾਾਂਗੇ। ਉਹ ਦਮੜੀ ਹੱਥ ਦੇ ਵਿੱਚ ਨਹੀਂ ਪਕੜੀ। ਕਹਿਣ ਲੱਗੇ ਰਵਿਦਾਸ ਜੀ ਨੂੰ, ਕਹਿੰਦੇ ਦਮੜੀ ਥੱਲੇ ਸੁੱਟ ਦਿਓ। ਉਹਨਾਂ ਨੇ ਦਮੜੀ ਥੱਲੇ ਸੁੱਟੀ ਤਾਂ ਗੁਰਮੁਖ ਪਿਆਰਿਓ ਪੈਰ ਦੇ ਨਾਲ ਮਲ ਕੇ, ਰੇਤੇ ਦੇ ਵਿੱਚ ਪੈਰ ਦੇ ਨਾਲ ਮਲ ਕੇ ਫੇਰ ਦਮੜੀ ਚੁੱਕੀ। ਆਖੋ ਸਤਨਾਮ ਵਾਹਿਗੁਰੂ ਜੀ। ਇੰਨੀ ਕੁ ਭਿੱਟ ਮੰਨਦੇ ਸੀ। ਦੇਖੋ ਜਦੋਂ ਦਮੜੀ ਹੱਥ ਦੇ ਵਿੱਚ ਚੁੱਕੀ, ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਪੰਡਤ ਜੀ ਇਹ ਜਿਹੜੀ ਦਮੜੀ ਆ ਨਾ, ਜਿੰਨਾ ਚਿਰ ਗੰਗਾ ਇਹਨੂੰ ਹੱਥ ਕੱਢ ਕੇ ਪਕੜ ਨਾ ਲਵੇ, ਉਹਨਾਂ ਚਿਰ ਇਹ ਦਮੜੀ ਸੁੱਟਣੀ ਨਹੀਂ ਹੈ। ਇਹ ਗੰਗਾ ਨੂੰ ਭੇਟਾ ਕਰਨੀ ਆ। ਇਹ ਕਹਿ ਦਿਓ ਕਿ ਤੇਰੇ ਰਵਿਦਾਸ ਦੀ ਇਹ ਦਮੜੀ ਆ ਤੇ ਪ੍ਰਵਾਨ ਕਰੇਗੀ। ਹੁਣ ਗੁਰਮੁਖ ਪਿਆਰਿਓ ਮਨ ਦੇ ਵਿੱਚ ਸੋਚਦੇ ਜਾਂਦੇ ਨੇ, ਕਹਿੰਦੇ ਅਸੀਂ ਨਿਤ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਆ, ਅੱਜ ਤੱਕ ਸਾਨੂੰ ਗੰਗਾ ਦੇ ਕਦੇ ਦਰਸ਼ਨ ਨਹੀਂ ਹੋਏ। ਅੱਜ ਤੱਕ
ਕਦੇ ਗੰਗਾ ਦੇ ਸਾਨੂੰ ਦਰਸ਼ਨ ਨਹੀਂ ਹੋਏ, ਕਹਿੰਦੇ ਵੱਡਾ ਭਗਤ ਆਇਆ, ਇਹਦੀ ਦਮੜੀ ਕੀ ਪ੍ਰਵਾਨ ਕਰਨੀ ਆ। ਮਨ ਦੇ ਵਿੱਚ ਇਸ ਤਰ੍ਹਾਂ ਦੇ ਮਖੌਲ ਕਰਦੇ ਜਾਂਦੇ ਆ। ਗੰਗਾ ਦੇ ਉੱਤੇ ਗੁਰਮੁਖ ਪਿਆਰਿਓ ਪੰਡਤਾਂ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਉਸ ਤੋਂ ਉਪਰੰਤ ਦਮੜੀ ਹੱਥ ਦੇ ਵਿੱਚ ਫੜ ਕੇ ਆਵਾਜ਼ ਮਾਰੀ, ਹੇ ਗੰਗਾ, ਆ ਤੇਰੇ ਭਗਤ ਰਵਿਦਾਸ ਨੇ ਦਮੜੀ ਦਿੱਤੀ ਆ, ਆ ਦਮੜੀ ਪ੍ਰਵਾਨ ਕਰ ਲਈ। ਤਾਂ ਗੁਰਮੁਖ ਪਿਆਰਿਓ ਉਸ ਸਮੇਂ ਗੰਗਾ ਪ੍ਰਗਟ ਹੋ ਗਈ। ਆਖੋ ਸਤਨਾਮ ਵਾਹਿਗੁਰੂ ਜੀ। ਉਸ ਸਮੇਂ ਗੰਗਾ ਪ੍ਰਗਟ ਹੋ ਗਈ। ਪ੍ਰਗਟ ਹੋ ਕੇ ਗੰਗਾ ਨੇ ਦੋਵੇਂ ਹੱਥ ਕੀਤੇ, ਲਿਆਓ ਮੇਰੇ ਰਵਿਦਾਸ ਨੇ ਦਮੜੀ ਭੇਜੀ ਆ। ਤੇ ਦੋਵੇਂ ਹੱਥ ਬਾਹਰ ਕੱਢ ਕੇ ਗੁਰਮੁਖ ਪਿਆਰਿਓ ਗੰਗਾ ਨੇ ਦਮੜੀ ਨੂੰ ਪ੍ਰਵਾਨ ਕੀਤਾ। ਆਖੋ ਸਤਨਾਮ ਵਾਹਿਗੁਰੂ ਜੀ। ਗੱਲ ਆ ਪ੍ਰੇਮ ਦੀ। ਮਹਾਰਾਜ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮੇਸ਼ਰ ਨੂੰ ਉਹਨਾਂ ਨੇ ਪਾਇਆ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪ੍ਰੇਮ ਕੀਤਾ। ਆਖੋ ਸਤਨਾਮ ਵਾਹਿਗੁਰੂ ਜੀ। ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ। ਸਤਿਗੁਰੂ ਰਵਿਦਾਸ ਜੀ ਮਹਾਰਾਜ ਸੱਚੇ ਦਿਲੋਂ ਤਨੋਂ ਮਨੋਂ ਪਰਮੇਸ਼ਰ ਦਾ ਆਰਾਧਨ ਕਰਦੇ ਸੀ। ਉਹ ਪਰਮੇਸ਼ਰ ਦਾ ਭਜਨ ਕਰਦੇ ਰਹਿੰਦੇ ਸੀ। ਜਿੱਥੇ ਜੋੜੇ ਗੰਢਦੇ ਸੀ, ਕੰਮਕਾਰ ਕਰਦੇ ਸੀ, ਤੇ ਉੱਥੇ ਨਾਲ ਨਾਲ ਗੁਰਮੁਖ ਪਿਆਰੇ ਪਰਮੇਸ਼ਰ ਨੂੰ ਵੀ ਯਾਦ ਕਰਦੇ ਸੀ। ਆਖੋ ਸਤਨਾਮ ਵਾਹਿਗੁਰੂ ਜੀ। ਉੱਥੇ ਪਰਮੇਸ਼ਰ ਨੂੰ ਵੀ ਚੇਤੇ ਕਰਦੇ ਸੀ। ਕਈ ਕਹਿਣਗੇ ਜੀ ਕੀ ਕਰੀਏ, ਗੁਰਦੁਆਰਾ ਸਾਹਿਬ ਆਇਆ ਨਹੀਂ ਜਾਂਦਾ। ਕੰਮ ਹੀ ਬੜੇ ਨੇ, ਬੜੇ ਕੰਮਕਾਰ ਨੇ। ਕਈ ਬਹਾਨੇ ਲਾ ਦਿੰਦੇ ਆ, ਕੀ ਕਰੀਏ ਜੀ ਸਤ ਸੰਗਤ ਵਿੱਚ ਆਏ ਨਹੀਂ ਜਾਂਦਾ, ਬੈਠੇ ਨਹੀਂ ਜਾਂਦਾ, ਜਾਂ ਨਾਮ ਜਪੇ ਨਹੀਂ ਜਾਂਦਾ। ਤਾਂ ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਕੋਈ ਬਹਾਨਾ ਨਹੀਂ ਚੱਲਦਾ। ਕੀ ਕਹਿਣਗੇ, ਚੌਂਕੜਾ ਨਹੀਂ ਮਾਰਿਆ ਜਾਂਦਾ, ਬੈਠਿਆ ਨਹੀਂ ਜਾਂਦਾ। ਤਾਂ ਸਤਿਗੁਰੂ ਜੀ ਦੀ ਗੁਰਬਾਣੀ ਦੱਸਦੀ ਹੈ, ਸਤਿਗੁਰੂ ਜੀ ਫਰਮਾਨ ਕਰਦੇ ਨੇ, ਭੱਜਣ ਨਹੀਂ ਦਿੰਦੇ ਗੁਰਸਿੱਖ ਨੂੰ ਕਿਧਰੇ ਪਾਸੇ ਨੂੰ ਵੀ। ਮਹਾਰਾਜ ਜੀ ਕਹਿੰਦੇ ਜੇ ਬੈਠ ਕੇ ਨਹੀਂ ਨਾਮ ਜਪੇ ਜਾਂਦਾ ਤਾਂ ਤੁਰ ਫਿਰ ਕੇ ਜਪ ਲਾ। ਜੇ ਤੁਰਿਆ ਫਿਰਿਆ ਨਹੀਂ ਜਾਂਦਾ ਤਾਂ ਪੈ ਕੇ ਜਪ ਲਾ। ਮਹਾਰਾਜ ਜੀ ਕਹਿੰਦੇ ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੈ। ਆਖੋ ਸਤਨਾਮ ਵਾਹਿਗੁਰੂ ਜੀ। ਅਸੀਂ ਤੁਰਦੇ ਫਿਰਦੇ ਵੀ ਪਰਮੇਸ਼ਰ ਦਾ ਭਜਨ ਕਰ ਸਕਦੇ ਹਾਂ। ਤੁਰਦੇ ਫਿਰਦੇ ਵੀ ਮੂਲ ਮੰਤਰ ਦਾ ਪਾਠ ਕਰ ਸਕਦੇ ਹਾਂ। ਤੁਰਦੇ ਫਿਰਦੇ ਵੀ ਗੁਰਮੰਤਰ ਦਾ ਪਾਠ ਕਰ ਸਕਦੇ ਹਾਂ। ਲੰਮੇ ਪੈ ਕੇ ਵੀ ਗੁਰਮੁਖ ਪਿਆਰਿਓ ਪਰਮੇਸ਼ਰ ਦਾ ਪਾਠ ਕਰ ਸਕਦੇ ਆ, ਭਜਨ ਕਰ ਸਕਦੇ ਆ। ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੈ।
ਉਹ ਪਰਮੇਸ਼ਰ ਨੂੰ ਚੇਤੇ ਕਰਨਾ ਚਾਹੀਦਾ। ਜਿਵੇਂ ਵੀ ਹੁੰਦਾ ਉਸੇ ਤਰ੍ਹਾਂ ਗੁਰਮੁਖ ਪਿਆਰਿਓ ਪਰਮੇਸ਼ਰ ਨੂੰ ਚੇਤੇ ਕਰਨਾ ਚਾਹੀਦਾ ਹੈ, ਉਹਦੀ ਯਾਦ ਦੇ ਵਿੱਚ ਜੁੜਨਾ ਚਾਹੀਦਾ ਹੈ। ਆ ਹੁਣ ਹਰ ਸੰਗਰਾਂਦ ਨੂੰ ਦੀਵਾਨ ਰੱਖਿਆ ਹੋਇਆ ਤੁਹਾਡੇ ਨਗਰ ਦੇ ਵਿੱਚ। ਪਹਿਲਾਂ 2 ਦੀਵਾਨ ਰੱਖੇ ਸੀ ਹਰ ਪੂਰਨਮਾਸੀ ਦਾ। ਹੁਣ ਜੇ ਆਪਾਂ ਸੋਚੀਏ, ਮੇਰਾ ਖਿਆਲ ਵੀ 5-4 ਭਾਈ ਮਸਾ ਹੁੰਦੇ ਨੇ ਪਿੰਡ ਦੇ ਵਿੱਚ। ਕਿੰਨੇ ਬੰਦੇ ਹੋਣਗੇ? 5-4 ਕਮਾਈਆਂ ਬੀਬੀਆਂ ਕਾਫੀ ਹੁੰਦੀਆਂ ਨੇ। ਇਹ ਜਿਹੜਾ ਸਤ ਸੰਗਤ ਹੈ ਕਾਹਦੇ ਵਾਸਤੇ ਆ, ਕਦੇ ਸਾਨੂੰ ਸਮਝ ਨਹੀਂ ਆਈ। ਸਮਝ ਸਾਨੂੰ ਤਾਂ ਆਵੇ ਗੁਰਮੁਖ ਪਿਆਰਿਓ, ਕਦੇ ਗੁਰਬਾਣੀ ਦੀ ਸੁਣੀ ਹੋਵੇ, ਕਦੇ ਗੁਰੂ ਦੇ ਬਚਨ ਸੁਣੇ ਹੋਣ, ਤੇ ਕਦੇ ਵਿਚਾਰ ਸੁਣੀ ਹੋਵੇ ਸ਼ਬਦ ਦੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਸਤ ਸੰਗਤ ਮਿਲ ਗਈ ਨਾ, ਸਮਝ ਲਓ ਉਹ ਤਰ ਗਏ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਉਹ ਤਰ ਗਏ ਨੇ ਜਿਨ੍ਹਾਂ ਨੂੰ ਸਤ ਸੰਗਤ ਮਿਲ ਗਈ। ਹੁਣ ਦੇਖ ਲਓ ਵੀ ਜਿਨ੍ਹਾਂ ਨੇ ਭਾਈ ਤਰਨਾ, ਭਵ ਸਾਗਰ ਤੋਂ ਤਰਨਾ, ਆ ਸੰਸਾਰ ਤੋਂ ਤਰਨਾ, ਉਹਨਾਂ ਨੂੰ ਸਤ ਸੰਗਤ ਕਰਨੀ ਪੈਣੀ ਆ। ਜਿਨ੍ਹਾਂ ਨੇ ਭਵ ਜਲ ਦੇ ਵਿੱਚ ਗੋਤੇ ਖਾਣੇ ਨੇ, ਭਾਵ ਕਿ 84 ਲੱਖ ਜੂਨ ਦੇ ਵਿੱਚ ਗੋਤੇ ਖਾਣੇ ਨੇ, ਵਾਰ-ਵਾਰ ਜੰਮਣਾ ਮਰਨਾ, ਜੰਮਣਾ ਮਰਨਾ। ਜੇ ਵਾਰ-ਵਾਰ ਜੂਨੀਆਂ ਦੇ ਵਿੱਚ ਪੈਣਾ ਨਾ, ਫਿਰ ਚਾਹੇ ਸਤ ਸੰਗਤ ਨਾ ਕਰਿਆ ਕਰੋ। ਜੇ ਅਸੀਂ ਆ ਸੰਸਾਰ ਤੋਂ, ਆ ਭਵ ਸਾਗਰ ਤੋਂ ਤਰਨਾ ਨਾ, ਫਿਰ ਗੁਰਮੁਖ ਪਿਆਰਿਓ ਸਤ ਸੰਗਤ ਸਾਨੂੰ ਜ਼ਰੂਰ ਕਰਨੀ ਚਾਹੀਦੀ। ਆਖੋ ਸਤਨਾਮ ਵਾਹਿਗੁਰੂ ਜੀ। ਫਿਰ ਜ਼ਰੂਰ ਸਤ ਸੰਗਤ ਕਰਨੀ ਚਾਹੀਦੀ ਹੈ। ਵਿਚਾਰ ਚੱਲ ਰਹੀ ਸੀ ਵੀ ਦੀਵਾਨ ਰੱਖਿਆ ਹੋਇਆ ਨਗਰ ਦੇ ਵਿੱਚ ਕਾਹਦੇ ਵਾਸਤੇ? ਉਹਦੇ ਵਿੱਚ ਸਾਡਾ ਤੁਹਾਡਾ ਦੋਵਾਂ ਦਾ ਭਲਾ ਹੈ। ਇਸ ਕਰਕੇ ਰੱਖਿਆ ਹੋਵੇ ਨਗਰ ਦੀ ਸੰਗਤ ਬਹਾਨੇ ਦੇ ਨਾਲ ਇਕੱਠੀ ਹੋਵੇ, ਸੰਗਤ ਕਰੀਏ, ਨਾਮ ਜਪੀਏ, ਤਾਂ ਗੁਰਮੁਖ ਪਿਆਰਿਓ ਸੰਗਤ ਕਰਨ ਦੇ ਨਾਲ ਆਪਾਂ ਸਾਰੇ ਹੀ, ਤੁਸੀਂ ਅਸੀਂ ਤਰ ਜਾਵਾਂਗੇ। ਇਹੀ ਸਤ ਸੰਗਤ ਦਾ, ਸਤ ਸੰਗਤ ਕਰਨ ਦਾ ਅਸਲੀ ਅਰਥਾਂ ਦੇ ਵਿੱਚ ਇਹੀ ਮਨੋਰਥ ਆ ਕਿ ਸੰਗਤ ਕਰਨ ਦੇ ਨਾਲ ਇਹ ਜੀਵ ਤਰ ਜਾਂਦਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਨਾਮ ਜਪ ਕੇ ਬੰਦਗੀ ਕਰਕੇ ਪਰਮੇਸ਼ਰ ਦਾ ਰੂਪ ਹੋ ਗਏ ਸਤਿਗੁਰੂ ਰਵਿਦਾਸ ਜੀ ਮਹਾਰਾਜ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਇੰਨਾ ਪਿਆਰ ਕੀਤਾ ਕਿ ਪਰਮੇਸ਼ਰ ਦਾ ਰੂਪ ਹੀ ਬਣ ਗਏ। ਵਿਚਾਰ ਚੱਲ ਰਹੀ ਸੀ ਦਮੜੀ, ਜਦੋਂ ਗੰਗਾ ਨੂੰ ਆਵਾਜ਼ ਮਾਰੀ, ਹੈ ਗੰਗਾ ਮਈਆ ਆ ਤੇਰੇ ਰਵਿਦਾਸ ਨੇ ਦਮੜੀ ਦਿੱਤੀ ਆ। ਆਵਾਜ਼ ਤਾਂ ਇਹ ਮਖੌਲ ਦੇ ਵਿੱਚ ਮਾਰ ਰਹੇ ਨੇ, ਹੱਸ ਕੇ ਗੱਲ ਕਰ ਰਹੇ ਨੇ, ਕਹਿਣ ਲੱਗੇ ਆ ਰਵਿਦਾਸ ਨੇ ਤੇਰੀ ਵਾਸਤੇ ਦਮੜੀ ਦਿੱਤੀ ਆ। ਉਸੇ ਸਮੇਂ ਗੰਗਾ ਪ੍ਰਗਟ ਹੋ ਕੇ ਦੋਵੇਂ ਹੱਥ ਕੀਤੇ ਅੱਗੇ, ਜਿਵੇਂ ਆਪਾਂ ਪ੍ਰਸ਼ਾਦ ਲੈਨੇ ਆ, ਦੋਵੇਂ ਹੱਥ ਕੀਤੇ ਤੇ ਭਗਤ ਰਵਿਦਾਸ ਮਹਾਰਾਜ ਜੀ ਦੀ ਦਮੜੀ ਪ੍ਰਵਾਨ ਕੀਤੀ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਨੇ ਪ੍ਰੇਮ ਦੀਆਂ ਖੇਡਾਂ, ਇਹ ਨੇ ਪ੍ਰੇਮ ਦੀਆਂ ਬਾਤਾਂ। ਤਾਂ ਗੁਰਮੁਖ ਪਿਆਰੇ ਦਮੜੀ ਪ੍ਰਵਾਨ ਕੀਤੀ ਤੇ ਆਵਾਜ਼ ਦਿੱਤੀ, ਹੇ ਪੰਡਤ ਜੀ ਜਾਇਓ ਨਾ, ਰੁਕੋ ਜਰਾ, ਮੈਂ ਵੀ ਆਪਣੇ ਇੱਕ ਭਗਤ ਵਾਸਤੇ ਸੁਗਾਤ ਦੇਣੀ ਆ।
ਉਹ ਸਗਾਤ ਤੁਸੀਂ ਲੈ ਕੇ ਜਾਇਓ। ਰੁਕੋ ਜਰਾ। ਤਾਂ ਗੁਰਮੁਖ ਪਿਆਰਿਓ ਉਹ ਸਗਾਤ ਕੀ ਦਿੱਤੀ? ਜਦੋਂ ਗੰਗਾ ਅਲੋਪ ਹੋਈ, ਥੋੜੇ ਸਮੇਂ ਬਾਅਦ ਫੇਰ ਪ੍ਰਗਟ ਹੋਈ, ਤਾਂ ਗੁਰਮੁਖ ਪਿਆਰਿਓ ਇੱਕ ਅਮੋਲਕ, ਇੱਕ ਕੀਮਤੀ ਕੰਗਣ ਪੰਡਤਾਂ ਨੂੰ ਦਿੱਤਾ। ਕਹਿੰਦੇ ਆ ਕੰਗਣ ਮੇਰੇ ਰਵਿਦਾਸ ਵਾਸਤੇ ਲੈ ਜਾਇਓ। ਆਖੋ ਸਤਨਾਮ ਵਾਹਿਗੁਰੂ ਜੀ। ਆ ਕੰਗਣ ਰਵਿਦਾਸ ਵਾਸਤੇ ਲੈ ਜਾਇਓ। ਕਹਿਣ ਲੱਗੇ ਠੀਕ ਆ। ਜਦੋਂ ਕੰਗਣ ਗੁਰਮੁਖ ਪਿਆਰਿਓ ਹੱਥ ਦੇ ਵਿੱਚ ਪਕੜਿਆ ਤਾਂ ਕੰਗਣ ਲਿਸ਼ਕਾ ਮਾਰਦਾ, ਬੜਾ ਕੀਮਤੀ ਕੰਗਣ। ਜਦੋਂ ਕੰਗਣ ਪੰਡਤਾਂ ਨੇ ਹੱਥ ਦੇ ਵਿੱਚ ਪਕੜਿਆ, ਤੁਰੇ ਆਉਂਦੇ ਨੇ, ਰਸਤੇ ਦੇ ਵਿੱਚ ਸੋਚਦੇ ਨੇ, ਕਹਿੰਦੇ ਕੰਗਣ ਬੜਾ ਕੀਮਤੀ ਹੈ। ਇਹ ਕੰਗਣ ਤਾਂ ਆਪਾਂ ਆਪਣੇ ਘਰ ਲੈ ਜਾਂਦੇ ਆ। ਪੰਡਤ ਕਹਿੰਦਾ ਆਪਣੇ ਘਰ ਲੈ ਜਾਂਦੇ ਆ। ਇਹ ਰਵਿਦਾਸ ਨੇ ਕੀ ਕਰਨਾ ਹੈ, ਇਹ ਆਪਾਂ ਰੱਖਾਂਗੇ। ਬੜਾ ਕੀਮਤੀ ਕੰਗਣਾ। ਹੁਣ ਜਿਹੜੀ ਗੁਰਮੁਖ ਪਿਆਰਿਓ ਸੁਗਾਤ ਭਗਤ ਰਵਿਦਾਸ ਜੀ ਮਹਾਰਾਜ ਵਾਸਤੇ ਦਿੱਤੀ ਸੀ, ਉਹ ਪੰਡਤ ਆਪਣੇ ਘਰੇ ਲੈ ਗਏ। ਆਖੋ ਸਤਨਾਮ ਵਾਹਿਗੁਰੂ ਜੀ। ਇਹੀ ਕੰਗਣ ਪੰਡਤ ਦੀ ਮੌਤ ਦਾ ਕਾਰਨ ਬਣ ਗਿਆ ਸੀ। ਆਖੋ ਸਤਨਾਮ ਵਾਹਿਗੁਰੂ ਜੀ। ਪਰਾਈ ਅਮਾਨਤ ਦਿੱਤਿਆਂ ਹੀ ਸੁਖ ਹੋਏ। ਜੇ ਕਿਸੇ ਕੋਲ ਪਰਾਈ ਅਮਾਨਤ ਸੰਭਾਈ ਹੋਈ ਹੈ ਨਾ, ਭਾਵੇਂ ਉਹ ਮਾਇਆ, ਭਾਵੇਂ ਕੁਝ ਵੀ ਆ, ਜਿੰਨਾ ਚਿਰ ਅਸੀਂ ਉਹਨੂੰ ਵਾਪਸ ਨਹੀਂ ਕਰਦੇ ਨਾ, ਉਹਨਾਂ ਚਿਰ ਸੁੱਖ ਨਹੀਂ ਮਿਲਦਾ। ਜਦੋਂ ਵਾਪਸ ਕਰ ਦਿੰਦੇ ਆ ਫਿਰ ਮਨ ਸੁਖੀ ਹੋ ਜਾਂਦਾ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਕੰਗਣ ਲੈ ਕੇ ਘਰੇ ਲਿਜਾ ਕੇ ਕੰਗਣ ਪੰਡਤਾਣੀ ਤੇ ਲੱਗਿਆ ਰੋਹ ਮਾਰਨ। ਕਹਿੰਦਾ ਦੇਖ ਲਾ ਭਾਗਾਂ ਵਾਲੀਏ, ਤੂੰ ਹੀ ਰੋਜ਼ ਵੱਡ ਖਾਉਂ ਕਰਦੀ ਰਹਿੰਦੀ ਆ। ਆ ਦੇਖ ਲਾ, ਕਹਿੰਦਾ ਸਾਡੇ ਕਿੱਡੇ ਕਿੱਡੇ ਸੇਵਕ ਨੇ। ਆ ਦੇਖ ਲਾ ਕੰਗਣ ਭੇਟਾ ਕਰਿਆ। ਹੁਣ ਜਦੋਂ ਪੰਡਤਾਣੀ ਨੇ ਕੰਗਣ ਵੇਖਿਆ ਨਾ, ਉਹ ਵੀ ਇੱਕੋ ਲਗਤ ਘੁੰਮ ਗਈ। ਆਖੋ ਸਤਨਾਮ ਵਾਹਿਗੁਰੂ ਜੀ। ਪੰਡਤਾਣੀ ਕਹਿਣ ਲੱਗੀ, ਕਹਿੰਦੀ ਨਾ ਨਾ ਜੀ, ਮੈਂ ਕਿੱਥੇ ਤੁਹਾਨੂੰ ਬੋਲਦੀ ਆ, ਤੁਹਾਨੂੰ ਐਵੇਂ ਲੱਗਦਾ। ਬੈਠੋ ਇੱਥੇ ਬੈਠੋ, ਦੁੱਧ ਗਰਮ ਲਿਆਵਾਂ ਕਿ ਪੱਤੀ ਪਾ ਕੇ ਲਿਆਵਾਂ, ਕਿਵੇਂ ਕਰਾਂ? ਉਹਨੇ ਦੇਖ ਲਿਆ ਵੀ ਹੁਣ ਵਡਿਆ ਕੇ ਕੰਮ ਲੈਣਾ ਪੈਣਾ। ਦੇਖਦੇ ਆ ਹੁਣ ਜੇ ਬੀਬੀ ਨੇ ਨਾ ਕੋਈ ਸੂਟ ਲੈਣਾ ਹੋਵੇ, ਉਹ ਫਿਰ ਘਰ ਵਾਲੇ ਨਾਲ ਮਿੱਠੀਆਂ ਜਿਹੀਆਂ ਗੱਲਾਂ ਕਰਦੀ ਆ। ਹਾਂਜੀ ਫਿਰ ਤੁਸੀਂ ਸਵੇਰੇ ਆਲੂ ਵਾਲੇ ਪਰੌਂਠੇ ਖਾਣੇ ਨੇ ਕਿ ਕਿਹੜੇ ਖਾਣੇ ਨੇ? ਉਹ ਵੀ ਸਮਝ ਜਾਂਦਾ ਵੀ ਪਰ ਗੱਲ ਆ, ਕੋਈ ਨਾ ਕੋਈ ਕਾਰਨ ਆ। ਪਤਾ ਲੱਗਦਾ ਫਿਰ ਵੀ ਮਿੱਠੇ ਪੋਚੇ ਮਾਰਨੇ ਪੈਂਦੇ ਆ। ਫਿਰ ਮੇਰੇ ਵਰਗਾ ਵਿਗੜਿਆ ਹੁੰਦਾ ਕਿਹੜਾ ਪਾਣੀ ਪੈਣ ਦਿੰਦਾ ਪੈਰਾਂ ਤੇ। ਆਲੂ ਵਾਲੇ ਪਰੌਂਠੇ ਖਾਓਗੇ ਕਿ ਫਿਰ ਗੋਭੀ ਵਾਲੇ ਬਣਾ ਲਈਏ, ਨਾਲ ਦੁੱਧ ਪੀਓਗੇ? ਖਿਲਾ ਪਿਲਾ ਕੇ ਫਿਰ ਉਹ ਮੈਂ ਫਲਾਣੀ ਦੇ ਇੱਕ ਸੂਟ ਦੇਖਿਆ ਸੀ ਪਾਇਆ ਹੋਇਆ, ਮੈਂ ਵੀ ਨਾ ਉਹਦੇ ਨਾਲ ਦਾ ਲਿਆਵਾਂ। ਫਿਰ ਲਿਆ ਕੇ ਦੇਣਾ ਪੈਂਦਾ ਜਦੋਂ ਸੇਵਾ ਕੀਤੀ ਹੁੰਦੀ ਹੈ ਨਾ। ਪੰਡਤਾਣੀ ਨੇ ਆਪਣਾ ਰੁਖ ਬਦਲ ਦਿੱਤਾ। ਕਹਿੰਦੀ ਨਾ ਨਾ ਜੀ, ਮੈਂ ਤੁਹਾਨੂੰ ਕਿਤੇ ਕੁਝ ਕਹਿਨੀ ਆ, ਮੈਂ ਤਾਂ ਤੁਹਾਨੂੰ ਇੰਨਾ ਪ੍ਰੇਮ ਕਰਦੀ ਆ। ਦੱਸੋ ਕੀ ਪੀਓਗੇ, ਕੀ ਖਾਓਗੇ? ਦਬ ਕੇ ਸੇਵਾ ਕੀਤੀ ਪੰਡਤ ਦੀ। ਸ਼ਾਮ ਤੱਕ ਕੰਗਣ ਲੈ ਕੇ ਪੰਡਤਾਣੀ ਨੇ ਹੱਥ ਦੇ ਵਿੱਚ ਪਾ ਲਿਆ। ਆਖੋ ਸਤਨਾਮ ਵਾਹਿਗੁਰੂ ਜੀ। ਹੱਥ ਦੇ ਵਿੱਚ ਪਾਇਆ ਹੋਇਆ ਕੰਗਣ
ਹੁਣ ਆਨਣਾ ਗਵਾਂਢਣਾ ਨੂੰ ਦਿਖਾਉਂਦੀ ਫਿਰਦੀ ਆ ਭੈਣੋ। ਆ ਵੇਖੋ ਕਿੰਨਾ ਕੀਮਤੀ ਕੰਗਣਾ, ਕਿੰਨਾ ਸੋਹਣਾ ਕੰਗਣਾ। ਤਾਂ ਗੁਰਮੁਖ ਪਿਆਰਿਓ ਦੇਖਿਆ ਕੰਗਣ ਹੱਥ ਦੇ ਵਿੱਚ ਪਾਇਆ ਹੋਇਆ, ਬੜਾ ਸੋਹਣਾ ਕੰਗਣਾ, ਕਿਉਂਕਿ ਕੁਦਰਤੀ ਆ, ਕੁਦਰਤੀ ਚੀਜ਼ ਵਧੀਆ ਹੁੰਦੀ ਆ। ਹੁਣ ਗੱਲ ਚਲਦੀ ਚਲਦੀ ਰਾਣੀ ਦੇ ਕੋਲ ਪਹੁੰਚ ਗਈ। ਰਾਣੀ ਦੇ ਕੋਲ ਪਹੁੰਚੀ ਹੋਈ ਗੱਲ, ਕਹਿੰਦੇ ਰਾਣੀ ਸਾਹਿਬਾ, ਜਿਹੜਾ ਤੁਹਾਡੇ ਉਹ ਪੰਡਤ ਆਂਦਾ ਨਾ, ਉਹਦੇ ਘਰ ਵਾਲੀ ਕੋਲ ਕੰਗਣ ਹੈ, ਇੱਕ ਬੜਾ ਕੀਮਤੀ ਕੰਗਣ ਹੈ। ਬੜਾ ਕੀਮਤੀ ਹੈ। ਜੇ ਉਹ ਕੰਗਣ ਤੁਹਾਡੇ ਹੱਥ ਦੇ ਵਿੱਚ ਪਾਇਆ ਹੋਵੇ ਨਾ, ਤਾਂ ਬੜਾ ਜਚੇ, ਆਖੋ ਸਤਨਾਮ ਵਾਹਿਗੁਰੂ ਜੀ। ਰਾਣੀ ਕਹਿੰਦੀ ਬੜਾ ਵਧੀਆ, ਕਹਿੰਦੇ ਹਾਂਜੀ ਬਹੁਤ ਵਧੀਆ ਕੰਗਣ। ਰਾਣੀ ਕਹਿੰਦੀ ਕੋਈ ਨਹੀਂ, ਉਹ ਕੰਗਣ ਫਿਰ ਆਪਾਂ ਪ੍ਰਾਪਤ ਕਰ ਲੈਨੇ ਆ, ਆਪਾਂ ਮੰਗਾ ਲੈਨੇ ਆ ਕੰਗਣ। ਰਾਣੀ ਨੇ ਹੁਣ ਰਾਜੇ ਨੂੰ ਆਖਿਆ, ਕਹਿਣ ਲੱਗੀ ਰਾਜਾ ਸਾਹਿਬ, ਉਹ ਜਿਹੜਾ ਆਪਣੇ ਪੰਡਤ ਆਉਂਦਾ ਨਾ, ਉਹਦੇ ਘਰ ਵਾਲੀ ਕੋਲ ਕੰਗਣ ਹੈ, ਇੱਕ ਬੜਾ ਕੀਮਤੀ ਹੈ ਕੰਗਣ। ਜੋ ਕੰਗਣ ਤੁਸੀਂ ਮੈਨੂੰ ਲੈ ਕੇ ਦੇ ਦਿਓ ਤਾਂ ਮੈਂ ਹੱਥ ਵਿੱਚ ਪਾ ਲਵਾਂਗੀ। ਰਾਜਾ ਕਹਿਣ ਲੱਗਾ ਕੋਈ ਨਹੀਂ ਭਗਵਾਨੇ, ਪੰਡਤ ਨੂੰ ਸੱਦ ਲੈਨੇ ਆ। ਹੁਣ ਭੇਜਿਆ ਗੁਰਮੁਖ ਪਿਆਰੇ ਪਹਿਰੇਦਾਰਾਂ ਨੂੰ, ਕਹਿੰਦੇ ਜਾਓ ਪੰਡਤ ਨੂੰ ਬੁਲਾ ਕੇ ਲੈ ਕੇ ਆਓ, ਆਖੋ ਸਤਨਾਮ ਵਾਹਿਗੁਰੂ ਜੀ। ਜਾਓ ਪੰਡਤ ਨੂੰ ਬੁਲਾ ਕੇ ਲੈ ਕੇ ਆਓ। ਪੰਡਤ ਨੂੰ ਬੁਲਾਇਆ ਗਿਆ। ਪੰਡਤ ਆਇਆ, ਹੱਥ ਜੋੜੇ ਰਾਜੇ ਅੱਗੇ, ਕਹਿੰਦੇ ਹਾਂਜੀ ਦੱਸੋ ਹੁਕਮ। ਕਹਿੰਦੇ ਪੰਡਤ ਜੀ ਅਸੀਂ ਸੁਣਿਆ ਵੀ ਤੁਹਾਡੇ ਕੋਲ ਕੰਗਣ ਆ। ਕਹਿੰਦੇ ਹਾਂਜੀ ਕੰਗਣ ਹੈ। ਕਹਿੰਦੇ ਆਇਆ ਕਿੱਥੋਂ ਆ ਕੰਗਣ? ਪਹਿਲੀ ਗੱਲ ਤਾਂ ਘਰ ਵਾਲੀ ਦੇ ਕੋਲ ਝੂਠ ਬੋਲਿਆ। ਦੂਜੀ ਗੱਲ ਰਾਜੇ ਕੋਲ ਝੂਠ ਬੋਲਿਆ। ਕਈ ਵਾਰ ਸਾਡਾ ਝੂਠ ਬੋਲਿਆ ਵੀ ਗਲ ਦਾ ਫੰਦਾ ਬਣ ਜਾਂਦਾ ਹੈ, ਆਖੋ ਸਤਨਾਮ ਵਾਹਿਗੁਰੂ ਜੀ। ਰਾਜਾ ਕਹਿਣ ਲੱਗਾ ਕੰਗਣ ਆਇਆ ਕਿੱਥੋਂ ਆ? ਕਹਿੰਦੇ ਜੀ ਸਾਡੇ ਸੇਵਕ ਬੜੇ ਨੇ, ਸਾਡੇ ਸ਼ਰਧਾਲੂ ਬੜੇ ਨੇ, ਇਹ ਕੰਗਣ ਸਾਡੇ ਸ਼ਰਧਾਲੂਆਂ ਨੇ ਭੇਟਾ ਕੀਤਾ। ਰਾਜਾ ਕਹਿਣ ਲੱਗਾ, ਕਹਿੰਦਾ ਆ ਕੰਗਣ ਇਹ ਤੂੰ ਮੈਨੂੰ ਦੇ ਦੇ, ਜਿੰਨੀ ਤੈਨੂੰ ਮਾਇਆ ਦੀ ਲੋੜ ਆ ਉਨੀ ਤੈਨੂੰ ਮਾਇਆ ਦੇ ਦਿੰਦੇ ਆ। ਜਿੰਨੀ ਤੂੰ ਮਾਇਆ ਆਖੇਗਾ ਨਾ ਉਨੀ ਮਾਇਆ ਦੇ ਦਿੰਦੇ ਆ, ਲੇਕਿਨ ਆ ਕੰਗਣ ਇਹ ਸਾਨੂੰ ਦੇ ਦੇ। ਪੰਡਤ ਨੇ ਮਨ ਦੇ ਵਿੱਚ ਸੋਚਿਆ ਵੀ ਕੰਗਣ ਆਪਾਂ ਨੇ ਕੀ ਕਰਨਾ, ਇਹ ਤਾਂ ਪੰਡਤਾਣੀ ਪਾਈ ਫਿਰੀ ਜੋ ਦਿਖਾਇਓ ਜਾਣਾ, ਉਹਨੇ ਕੀ ਕਰਨਾ, ਆਪਾਂ ਕੰਗਣ ਰਾਜੇ ਨੂੰ ਦੇ ਦਿੰਦੇ ਆ। ਮਨ ਦੇ ਵਿੱਚ ਸੋਚ ਰਿਹਾ ਜਿੰਨੀ ਪੰਡਤ ਨੇ ਮਾਇਆ ਮੰਗੀ ਨਾ ਉਨੀ ਪੰਡਤ ਨੂੰ ਦੇ ਦਿੱਤੀ। ਉਹ ਕੰਗਣ ਰਾਣੀ ਨੇ ਆਪਣੇ ਹੱਥ ਦੇ ਵਿੱਚ ਪਾ ਲਿਆ, ਆਖੋ ਸਤਨਾਮ ਵਾਹਿਗੁਰੂ ਜੀ। ਜਦੋਂ ਹੱਥ ਦੇ ਵਿੱਚ ਪਾਇਆ ਵੇਖਦੀ ਆ ਵੀ ਬੜਾ ਸੋਹਣਾ ਜੱਚਦਾ, ਬੜਾ ਸੋਹਣਾ ਲੱਗਦਾ। ਤਾਂ ਗੁਰਮੁਖ ਪਿਆਰਿਓ ਉਹ ਕੰਗਣ ਪਾਇਆ ਹੱਥ ਦੇ ਵਿੱਚ,
ਗੋਲੀਆਂ ਨੂੰ ਬਖਾਂਦੀ ਫਿਰਦੀ ਆ, ਆਖੋ ਸਤਨਾਮ। ਵਾਹਿਗੁਰੂ ਜੀ। ਗੋਲੀਆਂ ਨੂੰ ਬਖਾਂਦੀ ਫਿਰਦੀ ਆ, ਕਹਿੰਦੇ ਆ ਵੇਖੋ ਆ ਕੰਗਣ ਸੋਹਣਾ ਲੱਗਦਾ, ਵਧੀਆ ਲੱਗਦਾ। ਗੋਲੀਆਂ ਨੇ ਹੋਰ ਅੱਗ ਲਾਤੀ। ਉਹ ਕਹਿੰਦੀ ਆ ਰਾਣੀ ਸਾਹਿਬਾ, ਕੰਗਣ ਤਾਂ ਬੜਾ ਕੀਮਤੀ ਹੈ ਤੇ ਬੜਾ ਸੋਹਣਾ, ਬੜਾ ਮਨਮੋਹਣਾ, ਗੱਲ ਨਹੀਂ ਬਣੀ। ਉਹ ਕਹਿੰਦੀ ਗੱਲ ਨਹੀਂ ਬਣੀ, ਇੰਨਾ ਕੀਮਤੀ ਕੰਗਣਾ, ਗੱਲ ਕਿਉਂ ਨਹੀਂ ਬਣੀ? ਕਹਿੰਦੀ ਇਹ ਗੱਲ ਤਾਂ ਨਹੀਂ ਬਣੀ। ਉਹ ਕਹਿੰਦੀ ਬਣੂ ਕਿਵੇਂ ਹੋਰ? ਕਹਿੰਦੀ ਬਣੂ ਤਾਂ ਜੇ ਦੂਸਰੇ ਹੱਥ ਦੇ ਵਿੱਚ ਵੀ ਕੰਗਣ ਪਾਇਆ ਹੋਵੇ ਇਹਦੇ ਨਾਲ ਦਾ। ਜੇ ਜੋੜੀ ਹੋਵੇ ਨਾ, ਜੋੜੀ ਕੰਗਣਾ ਦੀ, ਫੇਰ ਗੱਲ ਬਣੂ, ਫੇਰ ਜਿੱਤੂਗਾ। ਰਾਣੀ ਕਹਿੰਦੀ ਇਹ ਤਾਂ ਬਹੁਤਾ ਵੱਡੀ ਗੱਲ ਨਹੀਂ ਹੈ, ਕੋਈ ਨਹੀਂ, ਆਪਾਂ ਰਾਜੇ ਨੂੰ ਫੇਰ ਆਖ ਦਿਆਂਗੇ। ਹੁਣ ਰਾਜੇ ਨੂੰ ਰਾਣੀ ਨੇ ਫੇਰ ਆਖਿਆ, ਕਹਿੰਦੀ ਰਾਣੀ ਰਾਜਾ ਸਾਹਿਬ ਜੀ, ਇਹਦੇ ਨਾਲ ਦਾ ਮੈਨੂੰ ਇੱਕ ਕੰਗਣ ਹੋਰ ਚਾਹੀਦਾ, ਜੋੜੀ ਬਣ ਜਾਵੇ, ਜੋੜੀ ਪਾਈ ਹੋਈ ਫੱਬਦੀ ਆ, ਸੋਹਣੀ ਲੱਗਦੀ ਆ, ਇਹਦੇ ਨਾਲ ਦਾ ਕੰਗਣ ਹੋਰ ਚਾਹੀਦਾ। ਰਾਜਾ ਕਹਿਣ ਲੱਗਾ, ਕਹਿੰਦਾ ਰਾਣੀਏ ਕੋਈ ਗੱਲ ਨਹੀਂ, ਘਬਰਾ ਨਾ ਤੂੰ, ਇਹਦੇ ਨਾਲ ਦਾ ਕੰਗਣ ਆਪਾਂ ਪੰਡਤ ਤੋਂ ਹੋਰ ਲੈ ਲਵਾਂਗੇ। ਤਾਂ ਗੁਰਮੁਖ ਪਿਆਰਿਓ, ਫੇਰ ਪਹਿਰੇਦਾਰਾਂ ਨੂੰ ਪੰਡਤ ਦੇ ਕੋਲ ਭੇਜਿਆ, ਕਹਿੰਦੇ ਜਾਓ ਬੁਲਾ ਕੇ ਲੈ ਕੇ ਆਓ। ਚਲੇ ਗਏ ਪਹਿਰੇਦਾਰ, ਪੰਡਤ ਦੇ ਘਰ ਦੇ ਵਿੱਚ ਗਏ, ਘਰੇ ਗਏ, ਪੰਡਤ ਨੂੰ ਆਵਾਜ਼ ਦਿੱਤੀ, ਬਾਹਰ ਆਇਆ, ਕਹਿੰਦੇ ਹਾਂਜੀ, ਕਹਿੰਦੇ ਤੁਹਾਨੂੰ ਰਾਜੇ ਨੇ ਬੁਲਾਇਆ ਹੈ। ਉਹ ਕਹਿੰਦੇ ਵੀ ਕੀ ਕਾਰਨ ਹੈ? ਕਹਿੰਦੇ ਕਾਰਨ ਦਾ ਤਾਂ ਸਾਨੂੰ ਪਤਾ ਨਹੀਂ, ਪਰ ਬੁਲਾਇਆ ਹੈ। ਚਲੋ ਪੰਡਤ ਨਾਲ ਚੱਲ ਪਿਆ, ਗਿਆ, ਕਹਿਣ ਲੱਗੇ ਪੰਡਤ ਜੀ, ਆ ਜਿਹੜਾ ਕੰਗਣ ਤੁਹਾਡੇ ਤੋਂ ਪਹਿਲਾਂ ਲੇਤਾ ਨਾ, ਇਹਦੇ ਨਾਲ ਦਾ ਕੰਗਣ ਹੋਰ ਚਾਹੀਦਾ, ਆਖੋ ਸਤਨਾਮ। ਵਾਹਿਗੁਰੂ ਜੀ। ਹੁਣ ਪੰਡਤ ਸੋਚਦਾ ਵੀ ਇਹ ਤਾਂ ਕੰਗਣ ਰਵਿਦਾਸ ਮਹਾਰਾਜਿਆਂ ਵਾਸਤੇ ਦਿੱਤਾ ਸੀ, ਇਹ ਕੰਗਣ ਹੁਣ ਮੈਂ ਕਿੱਥੋਂ ਲੈ ਕੇ ਆਵਾਂਗਾ ਇਹਦੇ ਨਾਲ ਦਾ? ਮਨ ਦੇ ਵਿੱਚ ਸੋਚਦਾ। ਪੰਡਤ ਚੁੱਪ ਕਰ ਗਿਆ। ਰਾਜਾ ਕਹਿਣ ਲੱਗਾ, ਪੰਡਤ ਜੀ ਇਹਦੇ ਨਾਲ ਦਾ ਕੰਗਣ ਹੋਰ ਚਾਹੀਦਾ। ਪੰਡਤ ਕਹਿਣ ਲੱਗਾ, ਕਹਿੰਦਾ ਇਹਦੇ ਨਾਲ ਦਾ ਕੰਗਣ ਨਹੀਂ ਹੁਣ ਮਿਲ ਸਕਦਾ, ਆਖੋ ਸਤਨਾਮ। ਵਾਹਿਗੁਰੂ ਜੀ। ਰਾਜਾ ਕਹਿੰਦਾ ਤੁਹਾਡੇ ਐਡੇ ਐਡੇ ਸੇਵਕ ਨੇ, ਗੰਗਾ ਤੇ ਆਂਦੇ ਨੇ, ਤੁਹਾਨੂੰ ਭੇਟਾ ਕਰ ਦੇਣਗੇ ਹੋਰ। ਕਹਿੰਦਾ ਨਾ ਜੀ ਹੁਣ ਨਹੀਂ ਮਿਲਣੇ ਦੇ ਨਾਲ ਦਾ। ਰਾਣੀ ਸੁਣ ਰਹੀ ਸੀ, ਰਾਣੀ ਨੇ ਰੌਲਾ ਪਾ ਦਿੱਤਾ, ਕਹਿੰਦੀ ਜੇ ਇਹਦੇ ਨਾਲ ਦਾ ਕੰਗਣ ਮੈਨੂੰ ਨਾ ਮਿਲਿਆ ਮੈਂ ਤਾਂ ਮਰੂੰਗੀ, ਇਹਦੇ ਨਾਲ ਦਾ ਕੰਗਣ ਜੇ ਨਾ ਮੈਨੂੰ ਮਿਲਿਆ ਮੈਂ ਤਾਂ ਮਰੂੰਗੀ। ਰਾਜਾ ਕਹਿਣ ਲੱਗਾ, ਭਾਗਾਂ ਵਾਲੀਏ ਮਰਨਾ ਕਿਉਂ ਆ, ਕੋਈ ਨਹੀਂ ਤੈਨੂੰ ਇਸੇ ਪੰਡਤ ਤੋਂ ਕੰਗਣ ਲੈ ਕੇ ਦਵਾਂਗਾ। ਪੰਡਤ ਕਹਿਣ ਲੱਗਾ, ਜੀ ਹੁਣ ਨਹੀਂ ਇਹਦੇ ਨਾਲ ਦਾ ਮਿਲਣਾ। ਤਾਂ ਰਾਜਾ ਕਹਿਣ ਲੱਗਾ, ਇੱਕ ਹਫ਼ਤੇ ਦੀ ਤੈਨੂੰ ਅਮੋਲਤ ਦਿੱਤੀ ਹੈ, ਇੱਕ ਹਫ਼ਤੇ ਦੀ। ਜੇ ਇੱਕ ਹਫ਼ਤੇ ਦੇ ਵਿੱਚ ਇਹਦੇ ਨਾਲ ਦਾ ਕੰਗਣ ਨਾ ਲਿਆ ਕੇ ਦਿੱਤਾ ਨਾ, ਤਾਂ ਤੇਰਾ ਸਾਰਾ ਪਰਿਵਾਰ ਕੋਲੂ ਰਾਹੀ ਪੀੜ ਦਿੱਤਾ ਜਾਏਗਾ, ਆਖੋ ਸਤਨਾਮ। ਵਾਹਿਗੁਰੂ ਜੀ। ਛਿੜ ਗਈ ਨਾ ਚਿੰਤਾ। ਹੁਣ ਚਿੰਤਾ ਛਿੜੀ ਹੋਈ, ਬੜਾ ਘਬਰਾ ਰਿਹਾ, ਹਫ਼ਤੇ ਦੀ ਮੌਤ ਦਿੱਤੀ। ਹੁਣ ਗੁਰਮੁਖ ਪਿਆਰਿਓ, ਦਿਨ ਬੀਤਦੇ ਜਾ ਰਹੇ ਨੇ। ਪੰਡਤਾਣੀ ਵੀ ਕਹਿਣ ਲੱਗ ਪਈ, ਕਹਿੰਦੀ ਤੁਸੀਂ ਨਾ ਖਾਣੇ ਹੋ ਨਾ ਪੀਣੇ ਹੋ। ਹੁਣ ਜਿਹਦਾ ਪਰਿਵਾਰ ਪਤਾ ਹੋਵੇ ਵੀ ਮੇਰੇ ਪਰਿਵਾਰ ਨੇ ਹਫ਼ਤੇ ਤੱਕ, ਹਫ਼ਤੇ ਵਿੱਚ ਕੋਲੂ ਦੇ ਰਾਹੀ ਪੀੜਿਆ ਜਾਣਾ,
ਉਹਨੂੰ ਖਾਣਾ ਪੀਣਾ ਕਿੱਥੋਂ ਚੰਗਾ ਲੱਗਦਾ ਹੈ? ਆਖੋ ਸਤਨਾਮ। ਵਾਹਿਗੁਰੂ ਜੀ। ਉਹਨੂੰ ਕਿੱਥੇ ਚੰਗਾ ਲੱਗਣਾ ਹੈ? ਤਾਂ ਗੁਰਮੁਖ ਪਿਆਰਿਓ, ਕਹਿਣ ਲੱਗਾ ਭਾਗਾਂ ਵਾਲੀਏ ਮੈਨੂੰ ਕੁਝ ਨਹੀਂ ਚੰਗਾ ਲੱਗਦਾ। ਉਹ ਕਹਿੰਦੀ ਦੱਸੋ ਤਾਂ ਸੀ, ਕੋਈ ਨਾ ਕੋਈ ਹੱਲ ਲੱਭ ਲਵਾਂਗੇ, ਕੀ ਕਾਰਨ? ਤਾਂ ਗੁਰਮੁਖ ਪਿਆਰਿਓ, ਪੰਡਤ ਨੇ ਹੁਣ ਘਰ ਵਾਲੀ ਨੂੰ ਅਸਲੀ ਗੱਲ ਦੱਸੀ। ਕਹਿੰਦਾ ਭਾਗਾਂ ਵਾਲੀਏ ਮੇਰਾ ਸਰਦਾਲੂ ਕਾਹਨੂੰ ਆ ਕੋਈ, ਮੈਂ ਤਾਂ ਐਵੇਂ ਤੇਰੇ ਲਵੇ ਫੋਕੀਓ ਟੌਰ ਬਣਾਉਂਦਾ ਸੀ, ਐਵੇਂ ਝੂਠ ਬੋਲਦਾ ਸੀ, ਮੇਰਾ ਨਹੀਂ ਕੋਈ ਸਰਦਾਲੂ ਹੈ। ਇਹ ਤਾਂ ਜਿਹੜਾ ਕੰਗਣ ਆ ਨਾ, ਭਗਤ ਰਵਿਦਾਸ ਮਹਾਰਾਜ ਜੀ ਨੇ ਦਮੜੀ ਦਿੱਤੀ ਸੀ, ਉਹ ਦਮੜੀ ਗੰਗਾ ਦੀ ਭੇਟਾ ਕੀਤੀ ਤੇ ਉਹ ਕੰਗਣ ਸੁਗਾਤ ਵਜੋਂ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਦਿੱਤਾ ਸੀ। ਮੈਂ ਲਾਲਚ ਦੇ ਵਿੱਚ ਆ ਕੇ ਘਰ ਲੈ ਕੇ ਆ ਗਿਆ। ਆਖੋ ਸਤਨਾਮ। ਵਾਹਿਗੁਰੂ ਜੀ। ਆ ਕਾਰਨ ਸੀ। ਲਾਗੀ ਫਿਰ ਪੰਡਤਾਣੀ ਗਾਲਾਂ ਕੱਢਣ, ਉਹੀ ਟੇਸ਼ਨ ਜਿਹੜਾ ਪਹਿਲਾਂ ਵਾਲਾ ਫੜਿਆ ਹੋਇਆ ਸੀ, ਉਹੀ ਫਿਰ ਫੜ ਲਿਆ। ਕਹਿੰਦੇ ਤੁਸੀਂ ਝੂਠ ਬੋਲਦੇ ਹੋ, 100 ਗੱਪੀਆਂ ਦੇ ਗੱਪੀਓ, ਹੁਣ ਤੁਹਾਡਾ ਮੈਂ ਕੀ ਵਿਸ਼ਵਾਸ ਕਰਾਂ ਕਿ ਰਾਜੇ ਨੇ ਤੁਹਾਨੂੰ ਐਡੀ ਵੱਡੀ ਸਜ਼ਾ ਦਿੱਤੀ ਆ। ਕਹਿੰਦਾ ਭਾਗਾਂ ਵਾਲੀਏ ਸੱਚ ਗੱਲ ਆ, ਸਮਾਂ ਬੀਤਦਾ ਗਿਆ, ਹੁਣ ਜਦੋਂ ਮੰਨ ਲਓ ਵੀ ਕੱਲ ਉਸ ਦਿਨ ਚੜ੍ਹਨਾ, ਗੱਲ ਕੀਤੀ, ਉਹ ਕਹਿੰਦਾ ਵੀ ਕੱਲ ਦਾ ਸਮਾਂ ਰਹਿ ਗਿਆ, ਹੁਣ ਕੀ ਕਰੀਏ? ਪੰਡਤਾਣੀ ਕਹਿੰਦੀ ਵੀ ਹੁਣ ਤਾਂ ਇੱਕੋ ਇੱਕ ਹੱਲ ਹੈ। ਕਹਿੰਦਾ ਵੀ ਜਲਦੀ ਦੱਸੋ ਕੀ ਹੱਲ ਆ, ਕੀ ਕਰੀਏ? ਕਹਿੰਦੀ ਆਪਾਂ ਰਵਿਦਾਸ ਜੀ ਦੇ ਕੋਲ ਜਾਂਦੇ ਆ, ਉਹਨਾਂ ਕੋਲ ਜਾਵਾਂਗੇ, ਉਹਨਾਂ ਨੂੰ ਬੇਨਤੀ ਕਰਾਂਗੇ, ਸਾਰੀ ਗੱਲ ਸੱਚੀ ਦੱਸਾਂਗੇ, ਉਹ ਆਪਣਾ ਮਸਲਾ ਹੱਲ ਕਰ ਦੇਣਗੇ। ਆਖੋ ਸਤਨਾਮ। ਵਾਹਿਗੁਰੂ ਜੀ। ਉਹ ਫਿਰ ਆਪਣੇ ਤੇ ਕੋਈ ਨਾ ਕੋਈ ਕਿਰਪਾ ਕਰਨਗੇ। ਪੰਡਤ ਕਹਿੰਦਾ ਵੀ ਹੁਣ ਮੈਂ ਕਿਹੜੇ ਮੂੰਹ ਮੱਥੇ ਲੱਗਾਂਗਾ ਉਹਨਾਂ ਦੇ, ਕੀ ਕਹਾਂਗਾ ਉਹਨਾਂ ਨੂੰ, ਕੀ ਦੱਸਾਂਗਾ? ਉਹ ਕਹਿਣ ਲੱਗੀ ਹੁਣ ਸਭ ਕੁਝ ਭੁੱਲ ਜਾਓ, ਹੁਣ ਸਿੱਧੇ ਹੋ ਕੇ ਮੇਰੇ ਨਾਲ ਚੱਲੋ, ਮੈਂ ਭੁੱਲ ਵਕਸਾਵਾਂਗੀ। ਆਖੋ ਸਤਨਾਮ। ਵਾਹਿਗੁਰੂ ਜੀ। ਹਜੇ ਦਿਨ ਨਹੀਂ ਚੜਿਆ, ਦਿਨ ਚੜਨ ਵਾਲੇ ਸੀ। ਪਹਿਲੀ ਜਾ ਕੇ ਗੁਰਮੁਖ ਪਿਆਰਿਓ ਸਤਿਗੁਰੂ ਰਵਿਦਾਸ ਜੀ ਸਪਰੀ ਦੇ ਅੱਗੇ ਜਾ ਕੇ ਖਲੋ ਗਏ, ਬੂਹੇ ਅੱਗੇ ਜਾ ਕੇ ਖੜ ਗਏ। ਜਦੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਬੂਹੇ ਤੋਂ ਬਾਹਰ ਨਿਕਲੇ ਨਾ, ਦੋਵੇਂ ਜਣੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਫੜ ਲਏ। ਆਖੋ ਸਤਨਾਮ। ਵਾਹਿਗੁਰੂ ਜੀ। ਚਰਨ ਫੜ ਲਏ, ਪੁੱਬਾ ਮਾਰ ਮਾਰ ਕੇ ਰੋਣ ਲੱਗੇ, ਅਰਦਾਸਾਂ ਕਰਦੇ ਨੇ, ਬੇਨਤੀ ਕਰਦੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰੂ ਪਾਵੋ, ਡੁੱਬਦੇ ਪੱਥਰ ਤਾਰੇ, ਕਿਰਪਾ ਕਰੋ ਸਾਨੂੰ ਬਖਸ਼ ਦੋ, ਬਖਸ਼ ਦੋ, ਬਖਸ਼ ਦੋ, ਇੱਕੋ ਰੱਟ ਲਾਲੀ ਬਖਸ਼ ਦੋ, ਮਾਫ ਕਰ ਦੋ, ਬਹੁਤ ਭੁੱਲ ਹੋ ਗਈ। ਸਤਿਗੁਰੂ ਰਵਿਦਾਸ ਜੀ ਮਹਾਰਾਜ ਹੈਰਾਨ ਹੋ ਗਏ, ਕਹਿੰਦੇ ਪੰਡਤ ਲੋਕ ਤਾਂ ਅੱਗੇ ਸਾਡਾ ਪੜਸਾਵਾ ਨਹੀਂ ਸੀ ਤੱਕਦੇ, ਅਜੇ ਸਾਡੇ ਪੈਰ ਫੜ ਕੇ ਬਹਿ ਗਏ ਆ। ਪੰਡਤ ਜੀ ਖੜੇ ਹੋਵੋ, ਉਠੋ, ਕੀ ਕਾਰਨ ਹੋ ਗਿਆ? ਕਹਿੰਦੇ ਅੱਗੇ ਤੁਸੀਂ ਸਾਡਾ ਪੜਸਾਵਾ ਨਹੀਂ ਸੀ ਤੱਕਦੇ, ਅੱਜ ਤੁਸੀਂ ਪੈਰ ਫੜ ਕੇ ਬੈਠੇ ਹੋ। ਇਹਨੇ ਫਿਰ ਗੁਰਮੁਖ ਪਿਆਰਿਓ ਸਾਰੀ ਵਾਰਤਾ ਦੱਸੀ। ਭਗਤ ਜੀ ਆਪ ਹੀ ਨੇ ਜਦੋਂ ਦਮੜੀ ਦਿੱਤੀ ਸੀ ਨਾ,
ਉਹ ਦਮੜੀ ਗੰਗਾ ਨੇ ਦਮੜੀ ਤੁਹਾਡੀ ਪ੍ਰਵਾਨ ਕਰ ਲਈ ਸੀ। ਆਖੋ ਸਤਨਾਮ। ਵਾਹਿਗੁਰੂ ਜੀ। ਉਹਨਾਂ ਨੇ ਪ੍ਰਵਾਨ ਕੀਤੀ ਤੇ ਤੁਹਾਡੇ ਵਾਸਤੇ ਕੰਗਣ ਦਿੱਤਾ ਸੀ। ਆ ਜਿਹੜੀ ਵਾਰਤਾ ਇਤਿਹਾਸ ਤੁਸੀਂ ਸੁਣਿਆ ਨਾ, ਇਹ ਸਾਰੀ ਪੰਡਤ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਸੁਣਾ ਦਿੱਤੀ। ਆਖੋ ਸਤਨਾਮ। ਵਾਹਿਗੁਰੂ ਜੀ। ਕਹਿੰਦੇ ਇਦਾਂ ਕਰਕੇ ਮਨ ਦੇ ਵਿੱਚ ਲਾਲਚ ਆ ਗਿਆ। ਲਾਲਚ ਆ ਕੇ ਘਰੇ ਲੈ ਗਿਆ, ਸਾਰੀ ਵਾਰਤਾ ਦੱਸੀ। ਸਤਿਗੁਰੂ ਰਵਿਦਾਸ ਜੀ ਕਹਿਣ ਲੱਗੇ ਫਿਰ ਹੁਣ ਕੀ ਕਰਨ ਵਾਸਤੇ ਆਏ ਹੋ? ਕਹਿੰਦੇ ਜੀ ਉਹਦੇ ਨਾਲ ਦਾ ਕੰਗਣ ਚਾਹੀਦਾ। ਜੇ ਉਹਦੇ ਨਾਲ ਦਾ ਕੰਗਣ ਨਾ ਮਿਲਿਆ ਤੇ ਸਾਡਾ ਸਾਰਾ ਪਰਿਵਾਰ ਕੋਲੂ ਰਾਹੀ ਪੀੜ ਦਿੱਤਾ ਜਾਏਗਾ। ਆਖੋ ਸਤਨਾਮ। ਵਾਹਿਗੁਰੂ ਜੀ। ਤਾਂ ਗੁਰਮੁਖ ਪਿਆਰਿਓ, ਹੁਣ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਇਆ ਦੇ ਘਰ ਵਿੱਚ ਆਏ, ਕਿਉਂਕਿ ਜਿੱਥੇ ਗੁਰਮੁਖ ਪਿਆਰਿਓ ਨਾਮ ਜਪਣ ਵਾਲੇ ਨੇ ਨਾ, ਬੰਦਗੀ ਕਰਨ ਵਾਲੇ ਨੇ, ਉਹਨਾਂ ਦੇ ਹਿਰਦੇ ਵਿੱਚ ਇੰਨੀ ਦਇਆ ਹੁੰਦੀ ਆ ਕਿ ਦਇਆ ਦੇ ਸਾਗਰੀ ਹੁੰਦੇ ਨੇ। ਆਖੋ ਸਤਨਾਮ। ਵਾਹਿਗੁਰੂ ਜੀ। ਉਹ ਬਖਸ਼ਣ ਲੱਗਿਆਂ ਵੀ ਦੇਰ ਨਹੀਂ ਲਾਉਂਦੇ। ਆਖੋ ਸਤਨਾਮ। ਵਾਹਿਗੁਰੂ ਜੀ। ਇੰਨਾ ਵੀਰ ਰਸ ਵੀ ਆਉਂਦਾ ਤੇ ਝਟਕਾਉਣ ਲੱਗਿਆਂ ਵੀ ਦੇਰ ਨਹੀਂ ਲਾਉਂਦੇ। ਆਖੋ ਸਤਨਾਮ। ਵਾਹਿਗੁਰੂ ਜੀ। ਝਟਕਾਏ ਨਹੀਂ ਸੀ ਮਹਾਰਾਜ ਨੇ, 10ਵੇਂ ਪਾਤਸ਼ਾਹ ਨੇ ਮਸੰਦ, ਜਿਹੜੇ ਮਸੰਦ ਸੀ ਦੇਖੋ ਝਟਕਾਏ ਕਿ ਨਹੀਂ ਝਟਕਾਏ। ਤੱਤੇ ਤੇਲ ਦੇ ਕੜਾਹਿਆਂ ਵਿੱਚ ਸੁੱਟ ਸੁੱਟ ਕੇ ਸਜਾਵਾਂ ਦਿੱਤੀਆਂ ਤੇ ਜਿੱਥੇ ਦਇਆ ਹੁੰਦੀ ਆ ਤੇ ਉੱਥੇ ਗੁਰਮੁਖ ਪਿਆਰਿਓ ਵੀਰ ਰਸ ਵੀ ਨਾਲ ਹੁੰਦਾ। ਆਖੋ ਸਤਨਾਮ। ਵਾਹਿਗੁਰੂ ਜੀ। ਪਰ ਨਾਮ ਜਪਣ ਨਾਲ, ਬੰਦਗੀ ਕਰਨ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕੀਤਾ ਹੁੰਦਾ। ਆਖੋ ਸਤਨਾਮ। ਵਾਹਿਗੁਰੂ ਜੀ। ਹੁੰਦਾ ਸਾਰਾ ਕੁਝ ਹੀ ਆ, ਪਰ ਕੰਟਰੋਲ ਕੀਤਾ ਹੁੰਦਾ। ਤਾਂ ਗੁਰਮੁਖ ਪਿਆਰਿਓ ਦਇਆ ਦੇ ਘਰ ਦੇ ਵਿੱਚ ਆਏ। ਕਹਿੰਦੇ ਕੋਈ ਨਹੀਂ ਪੰਡਤ ਜੀ, ਘਬਰਾਓ ਨਾ। ਹੁਣ ਤੁਸੀਂ ਸਾਡੇ ਕੋਲ ਆ ਗਏ ਨਾ, ਘਬਰਾਓ ਨਾ, ਚਿੰਤਾ ਨਾ ਕਰੋ। ਤਾਂ ਗੁਰਮੁਖ ਪਿਆਰਿਓ ਪੰਡਤ ਜੀ ਕਹਿਣ ਲੱਗੇ ਜੀ ਸਾਨੂੰ ਹੁਣ ਕੰਗਣ ਦੀ ਲੋੜ ਆ, ਕੰਗਣ ਦਿਓ। ਅਸੀਂ ਕੰਗਣ ਰਾਜੇ ਨੂੰ ਦਵਾਂਗੇ ਤਾਂ ਸਾਡੀ ਜਾਨ ਬਖਸ਼ੀ ਹੋਣੀ ਆ। ਆਖੋ ਸਤਨਾਮ। ਵਾਹਿਗੁਰੂ ਜੀ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿੱਥੇ ਜੋੜੇ ਗੰਢਦੇ ਹੁੰਦੇ ਸੀ ਨਾ, ਜਿਹੜਾ ਕੁੰਡਾ ਰੱਖਿਆ ਹੁੰਦਾ ਸੀ ਜਿਹਦੇ ਵਿੱਚ ਜਲ ਪਾ ਕੇ ਰੱਖਿਆ ਹੁੰਦਾ ਸੀ, ਗੰਗਾ ਤੇ ਨਹੀਂ ਗਏ। ਗੰਗਾ ਨੂੰ ਕੁੰਡੇ ਦੇ ਵਿੱਚੋਂ ਪ੍ਰਗਟ ਕਰ ਲਿਆ। ਆਖੋ ਸਤਨਾਮ। ਵਾਹਿਗੁਰੂ ਜੀ। ਚੌਂਕੜਾ ਮਾਰ ਕੇ ਬੈਠੇ, ਜਿੱਥੇ ਜੋੜੇ ਗੰਢਦੇ ਆ ਨਾ ਉੱਥੇ ਚੌਂਕੜਾ ਮਾਰ ਕੇ ਬੈਠੇ, ਹੱਥ ਜੋੜ ਕੇ ਬਿਰਤੀ ਜੋੜੀ। ਤਾਂ ਗੁਰਮੁਖ ਪਿਆਰਿਓ ਉਹ ਜਿਹੜਾ ਜਲ ਸੀ ਉਹਦੇ ਵਿੱਚੋਂ ਹੀ ਗੰਗਾ ਪ੍ਰਗਟ ਕਰ ਲਈ। ਆਖੋ ਸਤਨਾਮ। ਵਾਹਿਗੁਰੂ ਜੀ। ਗੰਗਾ ਪ੍ਰਗਟ ਹੋ ਕੇ ਉਹਦੇ ਨਾਲ ਦਾ ਇੰਨ ਬਿਨ ਕੰਗਣ ਭਗਤ ਜੀ ਨੂੰ ਦੇ ਦਿੱਤਾ। ਆਖੋ ਸਤਨਾਮ। ਵਾਹਿਗੁਰੂ ਜੀ। ਉਹ ਕੰਗਣ ਫਿਰ ਨਾ ਪੰਡਤ ਨੂੰ ਦੇ ਦਿੱਤਾ। ਜਦੋਂ ਪੰਡਤ ਨੇ, ਪੰਡਤਾਣੀ ਨੇ ਨਜ਼ਰ ਮਾਰੀ ਕੁੰਡੇ ਵੱਲ, ਜਿਹੜਾ ਪਾਣੀ ਵਾਲਾ ਪਿਆ ਜੀ, ਨਜ਼ਰ ਮਾਰੀ, ਕੰਗਣੇ ਕੰਗਣ ਪਏ ਨਜ਼ਰ ਆਉਂਦੇ ਨੇ। ਆਖੋ ਸਤਨਾਮ। ਵਾਹਿਗੁਰੂ ਜੀ। ਹੁਣ ਪੰਡਤਾਣੀ ਪੰਡਤ ਦੇ ਹੁੱਜ ਜੀ ਮਾਰਨ ਲੱਗੀ, ਕਹਿੰਦੀ ਜੀ ਦੋ ਆਪਣੇ ਵਾਸਤੇ ਵੀ ਮੰਗ ਲਓ। ਉਹ ਕਹਿੰਦਾ ਭਾਗਵਾਨ ਨੇ ਰਹਿਣ ਦੇ, ਤੈਨੇ ਕੰਗਣ ਹੱਥ 'ਚ ਪਾਇਆ ਤਾਈਓ ਐਡਾ ਸਿਆਪਾ ਛਿੜਿਆ, ਤੂੰ ਰਹਿਣ ਦੇ, ਤੂੰ ਲਾਇਕ ਨਹੀਂ ਕੰਗਣ ਦੇ। ਉੱਥੋਂ ਕੰਗਣ ਲਿਜਾ ਕੇ ਤਾਂ ਗੁਰਮੁਖ ਪਿਆਰਿਓ ਰਾਜੇ ਨੂੰ ਦਿੱਤਾ। ਰਾਜੇ ਨੂੰ ਦਿੱਤਾ ਤੇ ਰਾਣੀ ਨੇ
ਹੱਥ ਦੇ ਵਿੱਚ ਪਾਇਆ। ਫੇਰ ਪੰਡਤ ਦੀ ਜਾਨ ਬਖਸ਼ੀ ਹੋਈ। ਫੇਰ ਪਰਿਵਾਰ ਬਚਿਆ। ਇਤਰਾ ਸਤਿਗੁਰੂ ਜੀ ਦੇ ਪਿਆਰੇ ਭਗਤ ਰਵਿਦਾਸ ਜੀ ਮਹਾਰਾਜ ਬੜੇ ਹੀ ਕੌਤਕ ਆਉਂਦੇ ਨੇ। ਗੁਰਮੁਖ ਪਿਆਰੇ, ਕੌਤਕ ਤਾਂ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਉਹਨਾਂ ਨੇ ਬੜੇ ਕੌਤਕ ਕੀਤੇ। ਮੈਂ ਇੱਕ ਕੌਤਕ ਜਿਹੜਾ ਉਹਨਾਂ ਦਾ ਦੇਖਿਆ ਅੱਖੀ। ਇੱਕ ਤਾਂ ਆਪਾਂ ਕਹਿੰਦੇ ਵੀ ਗੱਲ ਸੁਣੀ ਸੁਣਾਈ ਆ, ਇੱਕ ਆਪਾਂ ਕਹਿੰਦੇ ਵੀ ਅੱਖੀ ਦੇਖੀ ਆ। ਉਹ ਮਹਾਂਪੁਰਖਾਂ ਦਾ ਕੌਤਕ ਕਈ ਸਾਲ ਪੁਰਾਣੀ ਗੱਲ ਆ। 101 ਲੜੀ ਦੇ ਭੋਗ ਮੋਹਾਲੀ ਸਾਹਿਬ ਦੀ ਧਰਤੀ ਤੇ 101 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸੀ। ਸਟੇਜ ਲੱਗੀ ਹੋਈ, ਜਿੱਥੇ ਆਪਣਾ ਮਹਾਂਪੁਰਖਾਂ ਦਾ ਗੀਠਾ ਸਾਹਿਬ ਬਣਿਆ, ਉਹਦੇ ਪਿਛਲੇ ਪਾਸੇ ਗਾਹਾਂ ਸਟੇਜ ਬਣੀ ਹੋਈ, ਪੰਡਾਲ ਲੱਗਿਆ ਹੋਇਆ। ਤਾਂ ਗੁਰਮੁਖ ਪਿਆਰਿਓ, ਦਾਸ ਵੀ ਉਦੋਂ ਮਹਾਰਾਜ ਦੇ ਤਾਬੇ ਬੈਠਾ ਚੌਰ ਸਾਹਿਬ ਕਰ ਰਿਹਾ ਸੀ। ਜਦੋਂ ਇਹ ਕੌਤਕ ਮੈਂ ਦੇਖਿਆ, ਉਹ ਕੀ ਕੌਤਕ ਸੀ, ਸੁਣੋ ਜਰਾ ਧਿਆਨ ਦੇ ਨਾਲ। ਤਾਂ ਗੁਰਮੁਖ ਪਿਆਰਿਓ, ਮਹਾਂਪੁਰਖ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਸਟੇਜ ਦੇ ਉੱਤੇ ਸੰਗਤਾਂ ਵਿੱਚ ਦੀ ਆਏ। ਕਾਲੇ ਰੰਗ ਦਾ ਚੋਲਾ ਪਾਇਆ ਹੋਇਆ ਤੇ ਕਾਲੇ ਰੰਗ ਦਾ ਦਸਤਾਰ ਬੰਨੀ ਹੋਈ ਸਿਰ ਤੇ। ਮਹਾਂਪੁਰਖ ਆਏ, ਕੀਰਤਨ ਚੱਲ ਰਿਹਾ ਸੀ। ਆ ਕੇ ਪਹਿਲਾਂ ਮਹਾਂਪੁਰਖ ਸੈਣੇ ਵਜਾਉਣ ਲੱਗੇ, ਫਿਰ ਚਿਮਟਾ ਵਜਾਉਣ ਲੱਗੇ। ਇਸ ਤਰ੍ਹਾਂ ਦੇ ਉਹਨਾਂ ਦੇ ਕੌਤਕ ਦੇਖੇ। ਤੇ ਸਾਧੂ ਆਏ, 15-20 ਸਾਧੂ, ਜਿਨ੍ਹਾਂ ਦੇ ਬੋਰੀਆਂ ਦੇ ਵਸਤਰ ਪਾਏ ਸੀ, ਬੋਰੀਆਂ ਦੀ ਬੁੱਕਲ ਮਾਰੀ ਹੋਈ। ਉਹ ਜਦੋਂ ਸਾਧੂ 15-20 ਸਾਧੂ ਮਹਾਂਪੁਰਖਾਂ ਨੇ ਦੇਖੇ ਆਉਂਦੇ ਆਉਂਦੇ ਨਾ, ਸਟੇਜ ਤੋਂ ਛਾਲ ਮਾਰ ਕੇ ਉਹਨਾਂ ਵੱਲ ਨੂੰ ਭੱਜ ਲਏ। ਆਖੋ ਸਤਨਾਮ ਵਾਹਿਗੁਰੂ ਜੀ। ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਰਾਜ ਉਹਨਾਂ ਦੀ ਗੱਲ ਕਰ ਰਿਹਾ। ਜਦੋਂ ਉਹਨਾਂ ਵੱਲ ਨੂੰ ਭੱਜੇ ਗਏ, ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ, ਪ੍ਰੇਮ ਦੇ ਨਾਲ ਸਟੇਜ ਦੇ ਉੱਤੇ ਬਿਠਾਇਆ। ਮੇਰੇ ਖਿਆਲ ਵਿੱਚ 10 ਮਿੰਟ ਸਟੇਜ ਦੇ ਉੱਤੇ ਬੈਠੇ। ਉਸ ਤੋਂ ਬਾਅਦ ਉਹਨਾਂ ਨੂੰ ਲੰਗਰ ਦੇ ਵਿੱਚ, ਲੰਗਰ ਹਾਲ ਦੇ ਵਿੱਚ ਲੈ ਗਏ, ਜਿਹੜਾ ਲੰਗਰ ਹਾਲ ਬਣਿਆ ਹੋਇਆ। ਤਾਂ ਗੁਰਮੁਖ ਪਿਆਰਿਓ, ਉੱਥੇ ਪ੍ਰਸਾਦਾ ਪਾਣੀ ਮਹਾਂਪੁਰਖਾਂ ਨੇ ਉਹਨਾਂ ਨੂੰ ਛਕਾਇਆ। ਜਦੋਂ ਪ੍ਰਸਾਦਾ ਪਾਣੀ ਛਕਾ ਕੇ ਨਾ ਸਟੇਜ ਦੇ ਉੱਤੇ ਆਉਣ ਲੱਗੇ, ਤਾਂ ਉੱਪਰੋਂ ਗੁਰਮੁਖ ਪਿਆਰਿਓ ਨਾ, ਜਿਵੇਂ ਪੱਤੇ ਝੜਦੇ ਹੁੰਦੇ ਨੇ, ਇਸ ਤਰ੍ਹਾਂ ਮਾਇਆ ਝੜਦੀ ਵੇਖੀ। ਆਖੋ ਸਤਨਾਮ ਵਾਹਿਗੁਰੂ ਜੀ। 500 ਦੇ ਨੋਟ, 100 ਦੇ ਨੋਟ, ਆਏ ਜਿਵੇਂ ਕੋਈ ਉੱਪਰੋਂ ਗੇਰ ਰਿਹਾ ਹੁੰਦਾ ਨਾ, ਇਸ ਤਰ੍ਹਾਂ ਵਰਖਾ ਹੁੰਦੀ। ਇਹ ਕੌਤਕ ਮੈਂ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਰਾਜ, ਉਹਨਾਂ ਦਾ ਖੁਦ ਮੈਂ ਮੌਕੇ ਤੇ ਦੇਖਿਆ ਤੇ ਚੌਰ ਸਾਹਿਬ ਕਰ ਰਿਹਾ ਸੀ। ਜਦੋਂ 100 ਦੇ 500 ਦੇ ਨੋਟ ਉੱਪਰੋਂ ਗਿਰਦੇ ਵੇਖੇ, ਤਾਂ ਮੇਰੇ ਵਰਗੇ ਨੇ ਚੱਕ ਕੇ ਕਈਆਂ ਨੇ ਗੀਜੇ ਵਿੱਚ ਵੀ ਪਾਏ। ਫਿਰ ਗੁਰਮੁਖ ਪਿਆਰਿਓ, ਮਹਾਂਪੁਰਖ ਸਟੇਜ ਦੇ ਉੱਤੇ ਆਏ। ਉਹ ਜਿਹੜੇ ਸਾਧੂ ਆਏ ਸੀ ਉਹਨਾਂ ਨੂੰ ਵਿਦਾ ਕੀਤਾ, ਸਟੇਜ ਦੇ ਉੱਤੇ ਆ ਕੇ ਬਹਿ ਗਏ। ਉਹਨਾਂ ਨੇ ਇੱਕ ਗੱਲ ਆਖੀ, ਕਹਿੰਦੇ ਜਿਹੜੇ ਭਾਈ ਆ ਮਾਇਆ ਦਾ ਕੌਤਕ ਆ ਨਾ, ਇਹ ਨਾ ਸਮਝ ਲਿਓ ਕਿਤੇ ਮੈਂ ਦਿਖਾਇਆ, ਮੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਮੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ, ਇਹ ਨਾ ਸਮਝ ਲਿਓ ਕਿਤੇ ਮੈਂ ਕੋਈ ਇਦਾਂ ਦਾ ਕੌਤਕ ਨਹੀਂ। ਇਹ ਤਾਂ ਕਿੰਨੇ ਜਿਹੜੇ ਮਹਾਂਪੁਰਖ ਆਏ ਸੀ ਨਾ, ਇਹ ਤਾਂ ਇਹਨਾਂ ਦਾ ਕੌਤਕ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਤਾਂ ਗੁਰਮੁਖ ਪਿਆਰਿਓ, ਐਸੇ ਮਹਾਂਪੁਰਖ ਇੱਕ ਹੋਰ ਉਸੇ ਦਿਨ ਕੌਤਕ ਦੇਖਿਆ, ਕਿਉਂਕਿ ਦੇਸੀ ਘਿਓ ਦੇ ਜਲੇਬੀਆਂ ਦਾ ਲੰਗਰ ਚੱਲ ਰਿਹਾ ਸੀ। ਹੁਣ ਆਪਣੇ ਵਰਗੇ ਖਾ ਪੀ ਕੇ ਰੱਜੇ ਬੈਠੇ ਸੀ ਪੂਰੇ। ਮਹਾਂਪੁਰਖ ਸਟੇਜ ਤੇ ਬੈਠੇ, ਜਦੋਂ ਕੀਰਤਨ ਲੱਗੇ ਕਰਨ,
ਕੀਰਤਨ ਕਰਦੇ ਕਰਦੇ ਮੈਂ ਪ੍ਰਤੱਖ ਦੇਖਿਆ, ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠਾ, ਝੂਠ ਨਹੀਂ ਬੋਲਦਾ, ਪ੍ਰਤੱਖ ਦੇਖਿਆ ਤਾਂ ਗੁਰਮੁਖ ਪਿਆਰਿਓ ਮਾਈਆਂ ਬੀਬੀਆਂ ਨੂੰ ਕਹਿੰਦੇ, ਭਾਈਆਂ ਨੂੰ ਕਹਿੰਦੇ ਪਰੇ ਹੋ ਜਾਓ, ਪਰੇ ਹੋ ਜਾਓ, ਕਹਿੰਦੇ ਖਾ ਪੀ ਕੇ ਰੱਜ ਕੇ ਬਹਿ ਗਏ, ਪਿੱਛੇ ਹੋ ਜਾਓ, ਆਉਣ ਦੋ, ਕਹਿੰਦੇ ਮਾਇਆ ਨੂੰ। ਉਹਨਾਂ ਨੇ ਆਏ ਉੱਪਰ ਨੂੰ ਹੱਥ ਕਰਕੇ ਮਾਰਿਆ, ਕਹਿੰਦੇ ਆ ਜਾ, ਮਰ ਜਾ, ਹੁਣ ਤਾਂ ਖੁੱਲੇ ਨੇ ਦਰਵਾਜ਼ੇ। ਗੁਰਮੁਖ ਪਿਆਰਿਓ ਮਾਇਆ ਦੇ ਢੇਰੇ ਢੇਰ ਲੱਗ ਪਏ, ਆਖੋ ਸਤਨਾਮ ਵਾਹਿਗੁਰੂ ਜੀ। ਇਹ ਆ ਸਾਧੂ ਦੀ ਕਮਾਈ। ਇਸ ਤਰ੍ਹਾਂ ਗੁਰਮੁਖ ਪਿਆਰਿਓ ਪਤਾ ਲੱਗਦਾ, ਕਿਉਂਕਿ ਸਾਧੂ ਦੇ ਵਿੱਚ, ਸਾਧੂ ਦੀ ਰਸਨਾ ਦੇ ਉੱਤੇ ਪਰਮੇਸ਼ਰ ਦਾ ਵਾਸਾ ਹੁੰਦਾ ਆ, ਆਖੋ ਸਤਨਾਮ ਵਾਹਿਗੁਰੂ ਜੀ। ਐਡੀ ਕਮਾਈ ਦੇ ਮਾਲਕ ਸਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਰਾਜ। ਉਹਨਾਂ ਦੇ ਕੌਤਕ ਵੱਖਰੇ ਸੀ, ਨਿਆਰੇ ਸੀ। ਤਾਂ ਗੁਰਮੁਖ ਪਿਆਰਿਓ ਚੜ੍ਹਦੀ ਕਲਾ ਵਿੱਚ ਪੂਰੇ ਰਹਿੰਦੇ ਸੀ। ਸਟੇਜ ਦੇ ਉੱਤੇ ਨਾ ਸਾਲ ਮਾਰ ਕੇ ਚੜ ਜਾਂਦੇ ਸੀ, ਆਖੋ ਸਤਨਾਮ ਵਾਹਿਗੁਰੂ ਜੀ। ਇੰਨੇ ਸਰੀਰ ਦੇ ਵਿੱਚ ਫੁਰਤੀ ਸੀ, ਇੰਨੀ ਚੜ੍ਹਦੀ ਕਲਾ ਵਾਲੇ ਸੀ। ਦਾਸ ਨੇ ਬੜੇ ਦਰਸ਼ਨ ਕੀਤੇ ਨੇ ਮਹਾਂਪੁਰਖਾਂ ਦੇ ਉਸ ਸਮੇਂ। ਉਹੀ ਰੂਪ, ਉਹੀ ਰੂਪ, ਉਹੀ ਸ਼ਕਤੀ, ਉਹੀ ਪਾਵਰ। ਤਾਂ ਗੁਰਮੁਖ ਪਿਆਰਿਓ ਸੰਤ ਬਾਬਾ ਰਣਜੀਤ ਸਿੰਘ ਜੀ ਤਪਾਦਰਾਜ ਮੋਹਾਲੀ ਵਾਲੇ ਮਹਾਂਪੁਰਖਾਂ ਦੇ ਵਿੱਚ ਹੈ, ਆਖੋ ਸਤਨਾਮ ਵਾਹਿਗੁਰੂ ਜੀ। ਦੇਖੋ ਗੁਰਮੁਖ ਪਿਆਰਿਓ, ਅੱਜ ਦਾ ਮੇਰੇ ਵਰਗਾ ਸੰਤ ਪੂਰਾ ਚੜ੍ਹਦੀ ਕਲਾ ਸਰੂਪਾ ਜਿਹਾ ਸੈੱਟ ਕਰਕੇ ਪੂਰਾ ਵੀ ਇਹ ਦੇਖਦਾ ਵੀ ਮੈਨੂੰ ਦੁਨੀਆ ਦੇਖਦੀ ਆ, ਪਰ ਮਹਾਂਪੁਰਖ ਨੇ ਜਿਹੜੇ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਉਹ ਲਾ ਲਓ, ਤੇ ਸੰਤ ਬਾਬਾ ਰਣਜੀਤ ਸਿੰਘ ਜੀ। ਪਿਛਲੀ ਵਾਰ ਮੈਂ ਸਮਾਗਮ ਤੇ ਗਿਆ, ਮੈਂ ਵੇਖਿਆ ਸਟੇਜ ਦੇ ਉੱਤੇ ਵੀ ਮਹਾਂਪੁਰਖ ਨਜ਼ਰੇ ਨਹੀਂ ਆਉਂਦੇ। ਉਹ ਜਦੋਂ ਸੰਗਤਾਂ ਨੇ ਨਮਸਕਾਰ ਕੀਤੀ ਆ ਕੇ, ਮੈਂ ਕਿਹਾ ਮਹਾਂਪੁਰਖ ਤਾਂ ਸੰਗਤਾਂ ਵਿੱਚ ਬੈਠੇ ਨੇ, ਆਖੋ ਸਤਨਾਮ ਵਾਹਿਗੁਰੂ ਜੀ। ਇਸ ਕਰਕੇ ਗੁਰਮੁਖ ਪਿਆਰਿਓ ਮਹਾਂਪੁਰਖ ਬੜੇ ਪਿਆਰ ਵਾਲੇ ਨੇ ਤੇ ਬੜੇ ਸਤਿਕਾਰ ਵਾਲੇ ਨੇ, ਬੜੀ ਨਿਮਰਤਾ ਵਾਲੇ ਨੇ। ਆਓ ਆਪਾਂ ਇੱਕ ਧਾਰਨਾ ਪੜ੍ਹ ਕੇ ਸੰਤ ਬਾਬਾ ਰਣਜੀਤ ਸਿੰਘ ਜੀ ਮੋਹਾਲੀ ਸਾਹਿਬ ਵਾਲੇ ਮਹਾਂਪੁਰਖਾਂ ਦੇ ਕੋਲੋਂ ਆਪਾਂ ਨੇ ਉਹਨਾਂ ਦੇ ਕਮਾਏ ਹੋਏ ਬਚਨ ਸਰਵਣ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਨਾ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਲੈ ਕੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਬਹੁਤ ਬਹੁਤ ਧੰਨਵਾਦ। ਬਾਬਾ ਸੁਰਿੰਦਰ ਸਿੰਘ ਜੀ ਮਲਕੋ ਬੜੇ ਪਿਆਰ ਵਾਲੇ ਨੇ, ਬੜੇ ਸਤਿਕਾਰ ਵਾਲੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਨਾਲ ਬੈਠੇ ਬਾਬਾ ਚੰਦ ਸਿੰਘ ਜੀ ਸੰਗਤਪੁਰਾ ਵਾਲੇ ਔਰ ਪ੍ਰਧਾਨ ਸਾਹਿਬ ਮਨਜੀਤ ਸਿੰਘ ਜੀ ਜੋ ਆਪਣੇ ਬੀਨਾ ਹੀੜੀ ਦੇ, ਸੋ ਇਹਨਾਂ ਦਾ ਵੀ ਧੰਨਵਾਦ। ਆਓ ਹੁਣ ਆਪਾਂ ਸਾਰੇ ਮਹਾਂਪੁਰਖਾਂ ਦਾ ਵੀ ਰਲ ਮਿਲ ਕੇ ਧੰਨਵਾਦ ਕਰੀਏ, ਜਿਨ੍ਹਾਂ ਨੇ ਸਾਨੂੰ ਇੱਕ ਦੀਵਾਨ ਦੀ ਬਖਸ਼ਿਸ਼ ਕੀਤੀ। ਸੋ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ। ਸਤਿਗੁਰੂ ਮਹਾਰਾਜ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ, ਰਹਿਮਤ ਕੀਤੀ, ਆਪ ਜੀ ਨੇ ਮਿਹਰ ਕੀਤੀ। ਹਰ ਸੰਗਰਾਂਦ ਦਾ ਦੀਵਾਨ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਸੇ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਜਾਇਆ ਜਾਂਦਾ ਹੈ। ਹਰ ਸੰਗਰਾਂਦ ਦਾ ਦੀਵਾਨ 7 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਸਜਾਇਆ ਜਾਂਦਾ। ਸਾਰੀਆਂ ਸੰਗਤਾਂ ਇਸੇ ਤਰ੍ਹਾਂ ਦਰਸ਼ਨ ਦਿਆ ਕਰੋ, ਗੁਰਬਾਣੀ ਦੇ ਨਾਲ ਜੁੜੋ, ਗੁਰਬਾਣੀ ਸੁਣਿਆ ਕਰੋ, ਗੁਰਬਾਣੀ ਪੜ੍ਹਿਆ ਕਰੋ। ਸੇਵਾ ਸੁਣ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲੇ ਬਣਾਉਣ ਦਾ ਯਤਨ ਕਰਨਾ। ਆਓ ਇੱਕ ਧਾਰਨਾ ਪੜ੍ਹ ਕੇ ਸਮਾਪਤ। ਰੱਬ ਚੁੱਕ ਕੇ ਮੱਥੇ ਦੇ ਨਾਲ ਲਾਵਾਂ, ਧੂੜ
ਧੂੜੀ ਤੇਰੇ ਪਿਆਰਿਆਂ ਦੀ ਝੁਕ ਕੇ ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਦੀ ਓ ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਗੱਜ ਕੇ ਝੁਕ ਕੇ ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਦੀ ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਦੀ। ਝੁਕ ਕੇ ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ, ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਦੀ। ਓ ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ, ਧੂੜੀ ਤੇਰੇ ਪਿਆਰਿਆਂ ਦੀ। ਧੂੜੀ ਤੇਰੇ ਜੀ ਪਿਆਰਿਆਂ ਦੀ, ਧੂੜੀ ਤੇਰੇ ਜੀ ਪਿਆਰਿਆਂ ਦੀ। ਧੂੜੀ ਤੇਰੇ ਜੀ ਪਿਆਰਿਆਂ ਦੀ, ਧੂੜੀ ਤੇਰੇ ਜੀ ਪਿਆਰਿਆਂ ਦੀ। ਧੂੜੀ ਤੇਰੇ ਜੀ ਪਿਆਰਿਆਂ ਦੀ, ਧੂੜੀ ਤੇਰੇ ਜੀ ਪਿਆਰਿਆਂ ਦੀ। ਧੂੜੀ ਤੇਰੇ ਜੀ ਪਿਆਰਿਆਂ ਦੀ, ਧੂੜੀ ਤੇਰੇ ਜੀ ਪਿਆਰਿਆਂ ਦੀ। ਧੂੜੀ ਤੇਰੇ ਜੀ ਪਿਆਰਿਆਂ ਦੀ, ਧੂੜੀ ਤੇਰੇ ਜੀ ਪਿਆਰਿਆਂ ਦੀ। ਧੂੜੀ ਤੇਰੇ ਜੀ ਪਿਆਰਿਆਂ ਦੀ, ਧੂੜੀ ਤੇਰੇ ਜੀ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ ਜੀ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ ਜੀ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ ਜੀ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ ਬਈ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ ਜੀ, ਧੂੜੀ ਤੇਰੇ ਪਿਆਰਿਆਂ ਦੀ। ਆ ਝੁਕ ਕੇ ਮੱਥੇ ਦੇ ਨਾਲ ਲਾਵਾਂ ਜੀ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ ਜੀ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ ਜੀ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ ਜੀ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ ਬਈ, ਧੂੜੀ ਤੇਰੇ ਪਿਆਰਿਆਂ ਦੀ। ਰੱਬਾ ਝੁਕ ਕੇ ਮੱਥੇ ਦੇ ਨਾਲ ਲਾਵਾਂ ਜੀ, ਧੂੜੀ ਤੇਰੇ ਪਿਆਰਿਆਂ ਦੀ। ਆ ਝੁਕ ਕੇ ਮੱਥੇ ਦੇ ਨਾਲ ਲਾਵਾਂ ਜੀ, ਧੂੜੀ ਤੇਰੇ ਪਿਆਰਿਆਂ ਦੀ। ਦਾਤਾ ਤੇਰਾ ਹੀ ਲੰਘਾਇਆ ਪਾਰ ਲੰਘਣਾ, ਬੇੜਾ ਮੇਰੀ ਜ਼ਿੰਦੜੀ ਦਾ। ਦਾਤਾ ਤੇਰਾ ਹੀ ਲੰਘਾਇਆ ਪਾਰ ਲੰਘਣਾ, ਬੇੜਾ ਮੇਰੀ ਜ਼ਿੰਦੜੀ ਦਾ। ਦਾਤਾ ਤੇਰਾ ਹੀ ਲੰਘਾਇਆ ਪਾਰ ਲੰਘਣਾ, ਬੇੜਾ ਮੇਰੀ ਜ਼ਿੰਦਗੀ ਦਾ। ਦਾਤਾ ਤੇਰਾ ਹੀ ਲੰਘਾਇਆ ਪਾਰ ਲੰਘਣਾ, ਬੇੜਾ ਮੇਰੀ ਜ਼ਿੰਦਗੀ ਦਾ। ਦਾਤਾ ਤੇਰਾ ਹੀ ਲੰਘਾਇਆ ਪਾਰ ਲੰਘਦਾ, ਬੇੜਾ
ਮੇਰੇ ਪਿਆਰੇ ਜੀ ਬੇੜਾ ਮੇਰੀ ਜਿੰਦੜੀ ਦਾ 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 ਦਾਤਾ ਤੇਰਾ ਹੀ ਲੰਘਾਇਆ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਦਾਤਾ ਤੇਰਾ ਹੀ ਲੰਘਾਇਆ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਦਾਤਾ ਤੇਰਾ ਹੀ ਲੰਘਾਇਆ ਪਾਰ ਲੰਘਣਾ ਜੀ ਬੇੜਾ ਮੇਰੀ ਜਿੰਦੜੀ ਦਾ ਦਾਤਾ ਤੇਰਾ ਹੀ ਲੰਘਾਇਆ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਦਾਦਾ ਤੇਰਾ ਹੀ ਲੰਘਾਇਆ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਦਾਦਾ ਤੇਰਾ ਹੀ ਲੰਘਾਇਆ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤੋਰਾ ਸਗਲ ਦਵਾਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਦੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਸਾਰੇ ਹੀ ਹੁਣ ਆਪਾਂ ਰਲ ਮਿਲ ਕੇ ਸੰਤ ਬਾਬਾ ਰਣਜੀਤ ਸਿੰਘ ਜੀ ਮੋਹਾਲੀ ਵਾਲੇ ਮਹਾਂਪੁਰਖਾਂ ਦੇ ਕੋਲੋਂ ਰੱਬੀ ਗੁਰਬਾਣੀ ਦੀਆਂ ਵਿਚਾਰਾਂ ਕਥਾ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰੀਏ। ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।